सत श्री अकाल जी। टैस्ट स्टडी प्रैपरेशन ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਕਰਨ ਵਾਲੇ ਮਾਰਚ 2022 ਪੂਰੇ ਮਹੀਨੇ ਦੇ ਕਰੰਟ ਅਫੇਅਰ ਇੱਕ ਵੀਡੀਓ ਦੇ ਵਿੱਚ। ਤਾਂ ਚਲੋ ਸਟਾਰਟ ਕਰਦੇ ਹਾਂ। ਭਾਰਤ ਵਿੱਚ ਕਿਹੜਾ ਦਿਨ ਰਾਸ਼ਟਰੀ ਪ੍ਰੋਟੀਨ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ? ਤਾਂ 27 ਫਰਵਰੀ ਨੂੰ ਰਾਸ਼ਟਰੀ ਪ੍ਰੋਟੀਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੈਕਿੰਡ ਕੁਐਸਚਨ ਹੈ ਜੀ ਆਪਣਾ, ਕਿਹੜੇ ਦਿਨ ਨੂੰ ਵਿਸ਼ਵ ਬੈਂਕ ਦਿਵਸ ਵਜੋਂ ਮਨੋਨੀਤ ਕੀਤਾ ਗਿਆ ਹੈ? ਤਾਂ 31 ਮਾਰਚ ਨੂੰ ਵਿਸ਼ਵ ਬੈਂਕ ਦਿਵਸ ਵਜੋਂ ਮਨੋਨੀਤ ਕੀਤਾ ਗਿਆ ਹੈ। ਵਿਸ਼ਵ ਐਨਜੀਓ ਦਿਵਸ ਹਰ ਸਾਲ ਵਿਸ਼ਵ ਪੱਧਰ 'ਤੇ ਕਿਸ ਦਿਨ ਮਨਾਇਆ ਜਾਂਦਾ ਹੈ? 27 ਫਰਵਰੀ ਨੂੰ ਵਿਸ਼ਵ ਐਨਜੀਓ ਦਿਵਸ ਮਨਾਇਆ ਜਾਂਦਾ ਹੈ। 2022 ਰਾਸ਼ਟਰੀ ਵਿਗਿਆਨ ਦਿਵਸ ਦਾ ਵਿਸ਼ੇ ਕੀ ਸੀ? ਟਿਕਾਊ ਭਵਿੱਖ ਲਈ ਸਾਇੰਸ ਅਤੇ ਤਕਨਾਲੋਜੀ ਵਿੱਚ ਏਕੀਕਰਨ ਪਹੁੰਚ। ਨੈਕਸਟ ਹੈ ਜੀ ਆਪਣਾ, ਭਾਰਤ ਸਰਕਾਰ ਨੇ ਸਾਲਾਨਾ ਪੋਲੀਓ ਰਾਸ਼ਟਰੀ ਟੀਕਾਕਰਨ ਦਿਵਸ 2022 ਦਾ ਆਯੋਜਨ ਕਿਸ ਦਿਨ ਕੀਤਾ? ਤਾਂ 27 ਫਰਵਰੀ ਨੂੰ ਸਾਲਾਨਾ ਪੋਲੀਓ ਰਾਸ਼ਟਰੀ ਟੀਕਾਕਰਨ ਦਿਵਸ 2022 ਦਾ ਆਯੋਜਨ ਕੀਤਾ ਗਿਆ। ਰੂਸ ਵਿੱਚ ਵਸੂ ਸਟਾਰਟਸ ਚੈਂਪੀਅਨਸ਼ਿਪ 2022 ਵਿੱਚ ਭਾਰਤ ਲਈ ਕਿਸ ਖਿਡਾਰੀ ਨੇ ਗੋਲਡ ਜਿੱਤਿਆ? ਤਾਂ ਸਾਦੀਆ ਤਾਰਿਕ। ਕਿੰਨੇ ਭਾਰਤੀ ਵੇਟ ਲਿਫਟਰਾਂ ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ 2022 ਲਈ ਕੁਆਲੀਫਾਈ ਕੀਤਾ? ਤਾਂ 12 ਭਾਰਤੀ ਵੇਟ ਲਿਫਟਰਾਂ ਨੇ ਰਾਸ਼ਟਰਮੰਡਲ ਖੇਡਾਂ 2022 ਲਈ ਕੁਆਲੀਫਾਈ ਕੀਤਾ। ਮੈਕਸੀਕਨ ਓਪਨ 2022 ਕਿਸ ਨੇ ਜਿੱਤਿਆ? ਤਾਂ ਇਹ ਜਿੱਤਿਆ ਜੀ ਰਾਫੇਲ ਨਡਾਲ ਨੇ। ਕਿਸ ਦੇਸ਼ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ? ਤਾਂ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ। ਭਾਰਤ ਦੇ ਕਿਹੜੇ ਹਵਾਈ ਅੱਡੇ ਨੂੰ ਪਾਵਰ ਸਕਾਰਾਤਮਕ ਹਵਾਈ ਅੱਡੇ ਦਾ ਦਰਜਾ ਪ੍ਰਾਪਤ ਹੈ? ਤਾਂ ਕੋਚੀਨ ਇੰਟਰਨੈਸ਼ਨਲ ਏਅਰ ਲਿਮਟਿਡ ਨੂੰ ਸੋਲਰ ਪਾਵਰ ਸਕਾਰਾਤਮਕ ਹਵਾਈ ਅੱਡੇ ਦਾ ਦਰਜਾ ਪ੍ਰਾਪਤ ਹੈ ਜੀ। ਭਾਸ਼ਾ ਸਰਟੀਫਿਕੇਟ ਸੈਲਫੀ ਮੁਹਿੰਮ ਕਿਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਹੈ? ਸਿੱਖਿਆ ਮੰਤਰਾਲੇ ਦੁਆਰਾ। ਦੁਨੀਆ ਦਾ ਕਿਹੜਾ ਦੇਸ਼ ਹੈ ਜਿਸ ਨੇ ਪੌਦੇ ਆਧਾਰਿਤ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਅਧਿਕਾਰਿਤ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕੈਨੇਡਾ। ਡੈਸ਼ ਮੰਤਰੀ ਮੰਡਲ ਨੇ ਭਾਰਤ ਦਾ ਆਪਣੀ ਕਿਸਮ ਦਾ ਪਹਿਲਾ ਇਲੈਕਟ੍ਰੋਨਿਕ ਵੇਸਟ ਈਕੋ ਪਾਰਕ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ? ਤਾਂ ਦਿੱਲੀ ਮੰਤਰੀ ਮੰਡਲ ਨੇ ਭਾਰਤ ਦਾ ਆਪਣੀ ਪਹਿਲੀ ਕਿਸਮ ਦਾ ਇਲੈਕਟ੍ਰੋਨਿਕ ਵੇਸਟ ਈਕੋ ਪਾਰਕ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ ਜੀ। ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਮਾਈਕਰੋ ਲਾਗਿੰਗ ਪਲੇਟਫਾਰਮ ਟਵਿੱਟਰ ਦੀ ਜਨਤਕ ਨੀਤੀ ਅਤੇ ਪਰਉਪਕਾਰੀ ਯਤਨਾਂ ਦੀ ਅਗਵਾਈ ਕੌਣ ਕਰੇਗਾ? ਸਮੀਰਨ ਗੁਪਤਾ। ਦੁਰਲੱਭ ਰੋਗ ਦਿਵਸ RDD ਹਰ ਸਾਲ ਫਰਵਰੀ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਸਾਲ 2022 ਵਿੱਚ ਇਹ ਡੈਸ਼ 2022 ਨੂੰ ਪੈਂਦਾ ਹੈ। ਤਾਂ ਇਸ ਦਾ ਰਾਈਟ ਆਨਸਰ ਹੈ ਜੀ 28 ਫਰਵਰੀ ਨੂੰ, ਕਿਉਂਕਿ ਇਸ ਸਾਲ ਫਰਵਰੀ ਦਾ ਮਹੀਨਾ 28 ਦਿਨਾਂ ਦਾ ਸੀ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ PMBJP ਕਦੋਂ ਸ਼ੁਰੂ ਕੀਤੀ ਗਈ? 2008 ਦੇ ਵਿੱਚ। ਜਨ ਔਸ਼ਧੀ ਦਿਵਸ ਹਫ਼ਤਾ ਕਦੋਂ ਮਨਾਇਆ ਗਿਆ? 1 ਤੋਂ 7 ਮਾਰਚ ਤੱਕ। ਜੇ ਪੁੱਛਿਆ ਜਾਵੇ ਜਨ ਔਸ਼ਧੀ ਦਿਨ ਕਦੋਂ ਮਨਾਇਆ ਗਿਆ, ਤਾਂ 7 ਮਾਰਚ ਨੂੰ ਜਨ ਔਸ਼ਧੀ ਦਿਨ ਮਨਾਇਆ ਗਿਆ। ਭਾਰਤ ਅਤੇ ਜਾਪਾਨ ਵਿੱਚ ਦੁਵੱਲੀ ਸਵੈਪ ਵਿਵਸਥਾ BSA ਦੀ ਮਾਤਰਾ ਕਿੰਨੀ ਹੈ? USD 75 ਬਿਲੀਅਨ। NCO ਦੇ ਦੂਜੇ ਅਗਾਊ ਅਨੁਮਾਨ ਅਨੁਸਾਰ 2021-22 ਲਈ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਕੀ ਹੈ? 8.9%। ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ ਕਿ SEBI ਦੇ ਨਵੇਂ ਚੇਅਰਪਰਸਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਮਾਧਵੀਪੁਰੀ ਬੁਚ ਨੂੰ SEBI ਦੇ ਨਵੇਂ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ। ਦੁਬਈ UAE ਵਿੱਚ ਪੈਰਾ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਵਿਅਕਤੀਗਤ ਭਾਗ ਵਿੱਚ ਚਾਂਦੀ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਹੈ? ਪੂਜਾ ਜਾਟੀਆਨ। ਅੱਗੇ ਦੇਖਦੇ ਹਾਂ ਜੀ। ਮਹਾਨ ਸਪਿਨਰ ਸੋਨੀ ਰਾਮਤਿਨ ਦਾ ਦੇਹਾਂਤ ਹੋ ਗਿਆ ਹੈ। ਉਹ ਕਿਸ ਦੇਸ਼ ਦੀ ਕ੍ਰਿਕਟ ਨਾਲ ਜੁੜੇ ਹੋਏ ਸਨ? ਤਾਂ ਵੈਸਟ ਇੰਡੀਜ਼। ਲੱਦਾਖ ਸਕਾਊਟਸ ਰੈਜੀਮੈਂਟਲ ਸੈਂਟਰ ਦੁਆਰਾ LG ਕੱਪ IC ਹਾਕੀ ਚੈਂਪੀਅਨਸ਼ਿਪ ਦਾ ਕਿਹੜਾ ਐਡੀਸ਼ਨ ਚੁੱਕਿਆ ਗਿਆ ਹੈ? 2G। ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪਰਿਸ਼ਦ NAAC ਦੀ ਕਾਰਜਕਾਰੀ ਕਮੇਟੀ ਦੇ ਚੇਅਰਪਰਸਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਭੂਸ਼ਣ ਪਟਵਰਧਨ ਨੂੰ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਯੂਕਰੇਨ ਦੇ ਹਮਲੇ ਦੇ ਜਵਾਬ ਵਿੱਚ ਰੂਸੀ ਰਾਸ਼ਟਰਪਤੀ
ਵਲਾਦੀਮੀਰ ਪੁਤਿਨ ਤੋਂ ਓਲੰਪਿਕ ਆਰਡਰ ਅਵਾਰਡ ਖੋਹ ਲਿਆ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਮੌਜੂਦਾ ਪ੍ਰਧਾਨ ਕੌਣ ਹੈ? ਥਾਮਸ ਬਾਕ। ਡੈਸ਼ ਨੇ ਭਾਰਤ ਵਿੱਚ ਪਲੇ ਪਾਸ ਗਾਹਕੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ? ਗੂਗਲ ਨੇ। ਕਿਸ ਬੈਂਕ ਨੇ ਮਹਾਗ੍ਰਾਮ ਅਤੇ ਸੁਨੀਵੇਸ਼ ਇੰਡੀਆ ਫਾਈਨੈਂਸ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਓਡੀਸ਼ਾ ਵਿੱਚ ਪ੍ਰੋਜੈਕਟ ਬੈਂਕ ਸਾਖੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ? ਤਾਂ ਇਹ ਕੀਤਾ ਜੀ ਬੈਂਕ ਆਫ ਮਹਾਰਾਸ਼ਟਰ ਨੇ। ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਯੂਕਰੇਨ ਦੇ ਐਟਾਨੋਵ 225 ਕਾਰਗੋ ਜਹਾਜ਼ ਕਿਸ ਦੇਸ਼ ਨੇ ਤਬਾਹ ਕੀਤਾ ਹੈ? ਤਾਂ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਜਹਾਜ਼ ਸੀ ਯੂਕਰੇਨ ਦਾ ਐਂਟੋਨੋਵ 225 ਕਾਰਗੋ ਜਹਾਜ਼ ਸੀ, ਜਿਸ ਨੂੰ ਰੂਸ ਨੇ ਤਬਾਹ ਕਰ ਦਿੱਤਾ ਹੈ ਜੀ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਡੈਸ਼ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤਾ ਮਨਾਉਂਦੀ ਹੈ 1 ਮਾਰਚ ਤੋਂ। ਅਤੇ ਜੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਗੱਲ ਕਰੀਏ ਤਾਂ ਉਹ 8 ਮਾਰਚ ਨੂੰ ਮਨਾਇਆ ਜਾਂਦਾ ਹੈ ਜੀ। ਜ਼ੀਰੋ ਡਿਸਕ੍ਰਿਮੀਨੇਸ਼ਨ ਡੇ 2022 ਦਾ ਥੀਮ ਕੀ ਸੀ? ਨੁਕਸਾਨ ਪਹੁੰਚਾਉਣ ਵਾਲੇ ਕਾਨੂੰਨਾਂ ਨੂੰ ਹਟਾਓ, ਅਜਿਹੇ ਕਾਨੂੰਨ ਬਣਾਓ ਜੋ ਤਾਕਤ ਦਿੰਦੇ ਹੋਣ। ਠੀਕ ਹੈ। ਕਿਹੜਾ ਦੇਸ਼ 31ਵੀਆਂ ਦੱਖਣ ਪੂਰਬੀ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰੇਗਾ? ਵੀਅਤਨਾਮ। ਤੁਹਾਡੇ ਵਿੱਚੋਂ ਇੱਕ ਕਿਸ ਰਾਜਨੇਤਾ ਦੀ ਸਵੈ ਜੀਵਨੀ ਹੈ? MK ਸਟਾਲਿਨ ਦੀ। ਗਲੀ ਦੇ ਜਾਨਵਰਾਂ ਲਈ ਭਾਰਤ ਦੀ ਪਹਿਲੀ ਐਂਬੂਲੈਂਸ ਕਿਸ ਸ਼ਹਿਰ ਵਿੱਚ ਲਾਂਚ ਕੀਤੀ ਗਈ ਹੈ? ਚੇਨਈ ਦੇ ਵਿੱਚ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਯੁਰਵੈਦਿਕ ਪੌਦਿਆਂ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰਪਤੀ ਭਵਨ ਵਿਖੇ ਕਿਹੜੀ ਜਾਇਦਾਦ ਦੀ ਸ਼ੁਰੂਆਤ ਕੀਤੀ ਹੈ? ਆਰੋਗਿਆ ਵਨਮ ਦੀ। ਕਿਹੜੀ ਸੰਸਥਾ ਭਾਰਤ ਵਿੱਚ ਰਾਸ਼ਟਰੀ ਲਿੰਗ ਸੂਚਕਾਂਕ ਜਾਰੀ ਕਰੇਗੀ? ਨੀਤੀ ਆਯੋਗ। ਡੈਸ਼ ਅੰਕੜਾ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਲਈ 2022 ਵਿੱਚ ਵੋਲਟਜ਼ਮੈਨ ਮੈਡਲ ਲਈ ਨਾਮਜ਼ਦ ਹੋਣ ਵਾਲਾ ਪਹਿਲਾ ਭਾਰਤੀ ਬਣਿਆ ਹੈ? ਦੀਪਕ ਧਰ। ਚੀਨ ਨੇ ਕਿਹੜੇ ਰਾਕੇਟ ਦੀ ਵਰਤੋਂ ਕਰਕੇ ਪੁਲਾੜ ਵਿੱਚ 22 ਸੈਟੇਲਾਈਟ ਲਾਂਚ ਕਰਨ ਦਾ ਘਰੇਲੂ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ? ਲੌਂਗ ਮਾਰਚ 8 ਰਾਕੇਟ ਨਾਲ ਉਹਨਾਂ ਨੇ 22 ਸੈਟੇਲਾਈਟ ਲਾਂਚ ਕਰਨ ਦਾ ਘਰੇਲੂ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਦਾ ਹਾਲੇ ਪੁਖਤਾ ਸਬੂਤ ਨਹੀਂ ਮਿਲਿਆ। ਸਿਵਲ ਡਿਫੈਂਸ ਦੀ ਮਹੱਤਤਾ ਦਾ ਸਨਮਾਨ ਕਰਨ ਲਈ ਵਿਸ਼ਵ ਸਿਵਲ ਡਿਫੈਂਸ ਦਿਵਸ ਹਰ ਸਾਲ ਡੈਸ਼ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ? ਤਾਂ ਸਿਵਲ ਡਿਫੈਂਸ ਡੇ ਦੁਨੀਆ ਭਰ ਦੇ ਵਿੱਚ 1 ਮਾਰਚ ਨੂੰ ਮਨਾਇਆ ਜਾਂਦਾ ਹੈ। ਡੈਸ਼ ਸਿਵਲ ਲੇਖਾ ਦਿਵਸ 2 ਮਾਰਚ ਨੂੰ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸੈਂਟਰ ਜਨਪਥ ਨਵੀਂ ਦਿੱਲੀ ਵਿਖੇ ਮਨਾਇਆ ਗਿਆ। ਤਾਂ 46ਵਾਂ ਸਿਵਲ ਲੇਖਾ ਦਿਵਸ 2 ਮਾਰਚ ਨੂੰ ਮਨਾਇਆ ਗਿਆ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸੈਂਟਰ ਜਨਪਥ ਨਵੀਂ ਦਿੱਲੀ ਵਿਖੇ। ਤਾਂ ਨੈਕਸਟ ਹੈ ਆਪਣਾ ਕਿਤਾਬ ਉਡਾਨ ਇੱਕ ਮਜ਼ਦੂਰ ਬੱਚੇ ਕੀ ਦੇ ਲੇਖਕ ਕੌਣ ਹਨ? ਮਿਥਿਲੇਸ਼ ਤਿਵਾਰੀ। ਪ੍ਰੋ ਕਬੱਡੀ ਲੀਗ ਸੀਜ਼ਨ 8 ਦਾ ਫਾਈਨਲ ਕਿਸ ਟੀਮ ਨੇ ਜਿੱਤਿਆ? ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਸੀਜ਼ਨ 8 ਦਾ ਖਿਤਾਬ ਜਿੱਤਿਆ ਹੈ। ਕਿਤਾਬ ਦੇ ਲੇਖਕ ਦਾ ਨਾਮ ਦੱਸੋ? ਦਾ ਮਿਲੀਅਨ ਜੋਗੀ। ਕਿਸੇ ਦੇ ਜੀਵਨ ਨੂੰ ਮੁੜ ਦਾਅਵਾ ਕਰਨ ਬਾਰੇ ਆਧੁਨਿਕ ਦਿਨ ਦਾ ਦ੍ਰਿਸ਼ਟਾਂਤ। ਤਾਂ ਇਹ ਲਿਖੀ ਹੈ ਜੀ ਦੀਪਮ ਚੈਟਰਜੀ ਨੇ। ਡੈਸ਼ ਨੇ ਭਾਰਤ ਪੇ ਦੇ ਬੋਰਡ ਦੇ MD ਅਤੇ ਨਿਰਦੇਸ਼ਕ ਵਜੋਂ ਅਸਤੀਫਾ ਦਿੱਤਾ ਹੈ? ਤਾਂ ਅਸ਼ਨੀਰ ਗਰੋਵਰ ਨੇ ਭਾਰਤ ਪੇ ਦੇ MD ਅਤੇ ਨਿਰਦੇਸ਼ਕ ਵਜੋਂ ਅਸਤੀਫਾ ਦਿੱਤਾ ਹੈ। ਅੰਤਰਰਾਸ਼ਟਰੀ ਮਾਨਸੂਨ ਪ੍ਰੋਜੈਕਟ ਦਫ਼ਤਰ IMPO ਦਾ ਉਦਘਾਟਨ ਕਿਸ ਥਾਂ 'ਤੇ ਕੀਤਾ ਗਿਆ ਹੈ? IITM ਪੁਣੇ। ਆਟੋਮੈਟਿਕ ਰੂਟ ਦੇ ਤਹਿਤ LIC ਲਈ FDI ਸੀਮਾ ਕੀ ਹੈ? 20%। ਭਾਰਤੀ ਹਵਾਈ ਸੈਨਾ IAF ਇੰਡੀਅਨ ਏਅਰ ਫੋਰਸ ਦੁਆਰਾ ਭਾਰਤੀ ਵਾਯੂ ਸ਼ਕਤੀ 2022 ਦਾ ਆਯੋਜਨ ਥਾਂ 'ਤੇ ਕੀਤਾ ਜਾਵੇਗਾ? ਜੈਸਲਮੇਰ। ਨਾਈਟ ਫਰੈਂਕ ਦੁਆਰਾ ਵੈਲਥ ਰਿਪੋਰਟ 2022 ਵਿੱਚ ਭਾਰਤ ਦਾ ਦਰਜਾ ਕੀ ਹੈ, ਜੋ ਅਰਬਪਤੀਆਂ ਦੀ ਆਬਾਦੀ ਦੀ ਸਭ ਤੋਂ ਵੱਧ ਸੰਖਿਆ ਦੇ ਮਾਮਲੇ ਵਿੱਚ ਦੇਸ਼ਾਂ ਨੂੰ ਦਰਜਾ ਦਿੰਦਾ ਹੈ? 3। ਜੀਓ ਸਟੇਸ਼ਨਰੀ ਆਪਰੇਸ਼ਨਲ ਐਨਵਾਇਰਮੈਂਟਲ ਸੈਟੇਲਾਈਟ GOES-T ਕਿਹੜੀ ਪੁਲਾੜ ਏਜੰਸੀ ਦੁਆਰਾ ਲਾਂਚ ਕੀਤਾ ਗਿਆ ਹੈ? ਅਗਲੀ ਪੀੜ੍ਹੀ ਦਾ ਮੌਸਮ ਉਪਗ੍ਰਹਿ ਹੈ ਜੋ ਨਾਸਾ ਦੁਆਰਾ। ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਨੇ ਗਲੋਬਲ ਮਾਰਕੀਟ ਵਿੱਚ ਐਪਸ ਅਤੇ ਗੇਮ ਬਣਾਉਣ ਲਈ ਭਾਰਤੀ ਸਟਾਰਟਅਪ ਨੂੰ ਸਿਖਲਾਈ ਦੇਣ ਲਈ ਕਿਸ ਕੰਪਨੀ ਨਾਲ ਸਮਝੌਤਾ ਕੀਤਾ ਹੈ? ਗੂਗਲ ਨਾਲ।
ਉਸ ਭਾਰਤੀ ਨਿਸ਼ਾਨੇਬਾਜ਼ ਦਾ ਨਾਮ ਦੱਸੋ ਜਿਸ ਨੇ ਹਾਲ ਹੀ ਵਿੱਚ ਕਾਇਰੋ ਵਿੱਚ 2022 ISSF ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਤਾਂ ਸੌਰਵ ਚੌਧਰੀ ਨੇ ISSF ਵਿਸ਼ਵ ਕੱਪ ਵਿੱਚ 10 ਮੀਟਰ ਦੇ ਵਿੱਚ ਸੋਨ ਤਗਮਾ ਜਿੱਤਿਆ ਜੀ, ਸੌਰਵ ਚੌਧਰੀ ਨੇ। ਨਿਖਿਤ ਜਰੀਨ ਅਤੇ ਨੀਟੂ ਕਿਸ ਇਵੈਂਟ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਣ ਲਈ ਖਬਰਾਂ ਵਿੱਚ ਸਨ? ਮੁੱਕੇਬਾਜ਼ੀ ਵਿੱਚ। ਜਸਰਾਜ ਫਿਲਮ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ CEO ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਐਕਸੇ ਵਧਾਨੀ ਨੂੰ। ਵਿਸ਼ਵ ਜੰਗਲੀ ਜੀਵ ਦਿਵਸ ਇੱਕ ਸਾਲਾਨਾ ਸਮਾਗਮ ਹੈ ਜਿਸ ਨੂੰ ਕਦੋਂ ਮਨਾਇਆ ਜਾਂਦਾ ਹੈ? 3 ਮਾਰਚ ਨੂੰ। ਵਿਸ਼ਵ ਸਿਹਤ ਸੰਗਠਨ ਨੇ ਡੈਸ਼ ਨੂੰ ਵਿਸ਼ਵ ਸੁਣਵਾਈ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਤਾਂ 3 ਮਾਰਚ ਨੂੰ ਵਿਸ਼ਵ ਸੁਣਵਾਈ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਪੱਧਰ 'ਤੇ ਅਰਬਪਤੀਆਂ ਦੀ ਸਭ ਤੋਂ ਵੱਧ ਆਬਾਦੀ ਲਈ ਨਾਈਟ ਫਰੈਂਕ ਦੀ ਦਾ ਵੈਲਥ ਰਿਪੋਰਟ 2022 ਸੂਚੀ ਵਿੱਚ ਕਿਹੜਾ ਸਭ ਤੋਂ ਉੱਪਰ ਹੈ? ਸੰਯੁਕਤ ਰਾਜ ਅਮਰੀਕਾ। 2022 ਵਿਸ਼ਵ ਜੰਗਲੀ ਜੀਵ ਦਿਵਸ ਦਾ ਥੀਮ ਕੀ ਸੀ? ਈਕੋਸਿਸਟਮ ਦੀ ਬਹਾਲੀ ਲਈ ਮੁੱਖ ਪ੍ਰਜਾਤੀਆਂ ਨੂੰ ਮੁੜ ਪ੍ਰਾਪਤ ਕਰਨਾ। ਕਿਸ ਰਾਜ ਸਰਕਾਰ ਨੇ ਪੂਰੇ ਰਾਜ ਨੂੰ 6 ਮਹੀਨੇ ਤੱਕ ਵਿਗੜਿਆ ਖੇਤਰ ਘੋਸ਼ਿਤ ਕੀਤਾ ਹੈ? ਅਸਾਮ। ਤਾਂ ਅੱਗੇ ਦੇਖਦੇ ਹਾਂ ਜੀ। ਕਿਹੜੀ ਸੰਪੱਤੀ ਪ੍ਰਬੰਧਨ ਕੰਪਨੀ ਨੇ ਹਾਲ ਹੀ ਵਿੱਚ TM ਰਾਮਾਕ੍ਰਿਸ਼ਨਨ ਨੂੰ ਇਸ ਦੇ ਮੈਨੇਜਿੰਗ ਡਾਇਰੈਕਟਰ ਅਤੇ CEO ਵਜੋਂ ਨਿਯੁਕਤ ਕੀਤਾ ਹੈ? ਤਾਂ LIC ਮਿਊਚੁਅਲ ਫੰਡ ਨੇ TS ਰਾਮਾਕ੍ਰਿਸ਼ਨਨ ਨੂੰ ਮੈਨੇਜਿੰਗ ਡਾਇਰੈਕਟਰ ਅਤੇ CEO ਵਜੋਂ ਨਿਯੁਕਤ ਕੀਤਾ ਹੈ ਜੀ। ਫਰਵਰੀ 2022 ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ GST ਤੋਂ ਕਿੰਨਾ ਮਾਲੀਆ ਇਕੱਠਾ ਹੋਇਆ? 1.33 ਲੱਖ ਕਰੋੜ। 2022 ਵਿੱਚ ਵਿਸ਼ਵ ਸੁਣਵਾਈ ਦਿਵਸ ਦਾ ਵਿਸ਼ਾ ਕੀ ਸੀ? ਜ਼ਿੰਦਗੀ ਲਈ ਸੁਣਨ ਲਈ ਧਿਆਨ ਨਾਲ ਸੁਣੋ। ਮਹਾਸ਼ਿਵਰਾਤਰੀ 2022 ਦੇ ਮੌਕੇ 'ਤੇ ਕਿਸ ਭਾਰਤੀ ਸ਼ਹਿਰ ਨੇ 10 ਮਿੰਟ ਵਿੱਚ ਮਿੱਟੀ ਦੇ 11.71 ਲੱਖ ਦੀਵੇ ਜਗਾ ਕੇ ਗਿਨੀਜ਼ ਰਿਕਾਰਡ ਬਣਾਇਆ? ਉਜੈਨ ਨੇ। ਸਸਟੇਨੇਬਲ ਡਿਵੈਲਪਮੈਂਟ ਰਿਪੋਰਟ 2021 ਸੂਚੀ ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈ? 120ਵਾਂ। ਅਨੁਭਵ ਇੱਕ ਮੋਬਾਈਲ ਕਾਰ ਦਾ ਸ਼ੋਰੂਮ ਹੈ ਜਿਸ ਨੂੰ ਆਪਣੇ ਪੇਂਡੂ ਗਾਹਕਾਂ ਲਈ ਕਿਸ ਆਟੋ ਕੰਪਨੀ ਦੁਆਰਾ ਲਾਂਚ ਕੀਤਾ ਗਿਆ? ਟਾਟਾ ਮੋਟਰਜ਼ ਦੁਆਰਾ। ਰਾਸ਼ਟਰੀ ਸੁਰੱਖਿਆ ਦਿਵਸ ਸਾਲ ਦੇ ਕਿਸ ਦਿਨ ਮਨਾਇਆ ਜਾਂਦਾ ਹੈ? 4 ਮਾਰਚ ਨੂੰ। ਸਸਟੇਨੇਬਲ ਡਿਵੈਲਪਮੈਂਟ ਇੰਡੈਕਸ 2021 ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? ਫਿਨਲੈਂਡ। ਸ਼੍ਰੀ ਨਵੇਤਾ ਈਸਾ ਸਿੰਘ ਅਤੇ ਰੁਚਿਤਾ ਵਿਨਰੇਕਰ ਨੇ ਹਾਲ ਹੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਕਿਹੜੀਆਂ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ? ਸ਼ੂਟਿੰਗ। ਰਾਸ਼ਟਰੀ ਸੁਰੱਖਿਆ ਦਿਵਸ ਭਾਰਤ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਨੀਂਹ ਦੀ ਯਾਦ ਵਿੱਚ ਹਰ ਸਾਲ ਡੈਸ਼ ਨੂੰ ਮਨਾਇਆ ਜਾਂਦਾ ਹੈ? 4 ਮਾਰਚ ਨੂੰ। ਰਾਸ਼ਟਰੀ ਸੁਰੱਖਿਆ ਦਿਵਸ, ਰਾਸ਼ਟਰੀ ਸੇਫਟੀ ਦਿਵਸ ਅਤੇ ਰਾਸ਼ਟਰੀ ਸਿਕਿਉਰਿਟੀ ਦਿਵਸ ਮਨਾਇਆ ਜਾਂਦਾ ਹੈ ਜੀ 4 ਮਾਰਚ ਨੂੰ। ਹਾਲ ਹੀ ਵਿੱਚ ਦੇਹਾਂਤ ਹੋਏ ਜੈ ਪ੍ਰਕਾਸ਼ ਚੌਕਸੇ ਦਾ ਕਿੱਤਾ ਕੀ ਸੀ? ਫਿਲਮ ਆਲੋਚਕ ਸਨ ਇਹ। ਰਾਸ਼ਟਰੀ ਸੁਰੱਖਿਆ ਦਿਵਸ 2022 ਦਾ ਥੀਮ ਕੀ ਸੀ? ਨੌਜਵਾਨ ਦਿਮਾਗਾਂ ਦਾ ਪਾਲਣ ਪੋਸ਼ਣ ਕਰੋ, ਸੁਰੱਖਿਆ ਸੱਭਿਆਚਾਰ ਵਿਕਸਿਤ ਕਰੋ। ਹੈਰਾਤ ਜਾਂ ਹਾਰਾਂ ਦੀ ਰਾਤ ਤਿਉਹਾਰ ਕਿਸ ਰਾਜ ਯੂਟੀ ਵਿੱਚ ਮਨਾਇਆ ਜਾਂਦਾ ਹੈ? ਜੰਮੂ ਕਸ਼ਮੀਰ ਦੇ ਵਿੱਚ। RBI ਨੇ ਕਿਸ ਰਾਜ ਦੇ ਸਰਜੇ ਰਾਓ ਦਾਦਾ ਨਾਇਕ ਸਿਰਾਲਾ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕੀਤਾ ਹੈ? ਮਹਾਰਾਸ਼ਟਰ ਦਾ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਤਿਆਰੀ ਨੂੰ ਵਧਾਉਣ ਲਈ ਕਿਸ ਨਾਲ ਭਾਈਵਾਲੀ ਕੀਤੀ ਹੈ? ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ IE ਦੀ ਤਿਆਰੀ ਨੂੰ ਵਧਾਉਣ ਲਈ ਇੰਟੈਲ ਨਾਲ ਭਾਗੀਦਾਰੀ ਕੀਤੀ ਹੈ ਜੀ। ਕਿਸ ਰਾਜ ਸਰਕਾਰ ਨੇ ਆਪਣੇ ਬਜਟ 2022-23 ਵਿੱਚ ਊਠ ਸੁਰੱਖਿਆ ਅਤੇ ਵਿਕਾਸ ਨੀਤੀ ਦਾ ਐਲਾਨ ਕੀਤਾ ਹੈ? ਰਾਜਸਥਾਨ ਨੇ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਸ ਸੰਸਥਾ ਦੇ ਸਹਿਯੋਗ ਨਾਲ ਸ਼੍ਰੀ ਮਨੋਰਕਸ਼ਾ ਪ੍ਰੋਜੈਕਟ ਸ਼ੁਰੂ ਕੀਤਾ ਹੈ? ਨਿਮਹੰਸ। ਕਿਹੜੀ ਕੰਪਨੀ ਨੇ 25 ਸਾਲਾਂ ਦੀ ਮਿਆਦ ਲਈ 150 ਮੈਗਾਵਾਟ ਸੋਲਰ ਪਾਵਰ ਪਲਾਂਟ ਬਣਾਉਣ ਲਈ ਅਵਾਰਡ ਪੱਤਰ ਪ੍ਰਾਪਤ ਕੀਤਾ ਹੈ? ਅਡਾਨੀ ਗ੍ਰੀਨ ਐਨਰਜੀ ਨੇ। ਫਿੱਕੀ ਵਾਟਰ ਅਵਾਰਡਜ਼ ਦੇ 9ਵੇਂ ਐਡੀਸ਼ਨ ਵਿੱਚ ਇਹਨਾਂ ਵਿੱਚੋਂ ਕਿਸ ਨੂੰ ਵਿਸ਼ੇਸ਼ ਜਿਊਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ? ਸਵੱਛ ਗੰਗਾ ਲਈ ਰਾਸ਼ਟਰੀ ਮਿਸ਼ਨ। ਭਾਰਤ ਨੇ ਦੇਸ਼ ਦੇ ਕਿਸ ਸ਼ਹਿਰ ਵਿੱਚ ITU ਦੇ ਏਰੀਆ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦੀ ਸਥਾਪਨਾ ਲਈ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ ਨਾਲ ਮੇਜ਼ਬਾਨ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਹਨ? ਨਵੀਂ ਦਿੱਲੀ।
ਵੀਦਾ ਇੱਕ ਨਵਾਂ ਬ੍ਰਾਂਡ ਹੈ ਜੋ ਕਿਸ ਕੰਪਨੀ ਦੁਆਰਾ ਆਪਣੇ ਆਉਣ ਵਾਲੇ ਇਲੈਕਟ੍ਰੋਨਿਕ ਵਾਹਨਾਂ ਲਈ ਲਾਂਚ ਕੀਤਾ ਗਿਆ ਹੈ? ਹੀਰੋ ਮੋਟੋ ਕਾਰਪਸ ਦੁਆਰਾ। ਏਅਰਲਾਈਨ ਕੰਪਨੀ ਜੈਟ ਏਅਰਵੇਜ਼ ਦੇ ਨਵੇਂ CEO ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਸੰਜੀਵ ਕਪੂਰ ਨੂੰ। ਕ੍ਰਿਕਟ ਦੇ ਮਹਾਨ ਖਿਡਾਰੀ ਸ਼ੇਨ ਵਾਰਨ ਦਾ ਦੇਹਾਂਤ ਹੋ ਗਿਆ ਹੈ। ਕਿਸ ਦੇਸ਼ ਲਈ ਕ੍ਰਿਕਟ ਖੇਡਦੇ ਸਨ? ਆਸਟ੍ਰੇਲੀਆ ਲਈ। 2022 ICC ਮਹਿਲਾ ਕ੍ਰਿਕਟ ਵਿਸ਼ਵ ਵਰਲਡ ਕੱਪ ਦਾ ਆਯੋਜਿਤ ਕਿੱਥੇ ਕੀਤਾ ਗਿਆ ਹੈ? ਨਿਊਜ਼ੀਲੈਂਡ ਦੇ ਵਿੱਚ, ਜਿਸ ਨੂੰ ਜਿੱਤਿਆ ਹੈ ਜੀ ਆਸਟ੍ਰੇਲੀਆ ਨੇ। ਤੇ ਉਸ ਤੋਂ ਬਾਅਦ ਹੈ ਵਿਸ਼ਵ ਮੋਟਾਪਾ ਦਿਵਸ 2022 ਦਾ ਥੀਮ ਕੀ ਸੀ? ਹਰ ਕਿਸੇ ਨੂੰ ਕੰਮ ਕਰਨ ਦੀ ਲੋੜ ਹੈ। ਤੇ ਉਸ ਤੋਂ ਬਾਅਦ ਨੈਕਸਟ ਹੈ ਜੀ ਆਪਣਾ, ਕਿਹੜੀ ਏਅਰਲਾਈਨਸ ਨੇ ਸਵਿਟਜ਼ਰਲੈਂਡ ਆਧਾਰਿਤ ਸੋਲਰ ਫਿਊਲ ਸਟਾਰਟਅਪ ਸਹੀਲੇਨੀਅਨ ਐਸਏ ਨਾਲ ਭਾਈਵਾਲੀ ਕੀਤੀ ਹੈ ਅਤੇ ਸੂਰਜੀ ਹਵਾਬਾਜ਼ੀ ਬਾਲਣ ਦੀ ਵਰਤੋਂ ਕਰਨ ਵਾਲੀ ਦੁਨੀਆ ਦੀ ਪਹਿਲੀ ਏਅਰਲਾਈਨਸ ਕੰਪਨੀ ਬਣਨ ਨੂੰ ਤਿਆਰ ਹੈ? ਸਵਿਸ ਇੰਟਰਨੈਸ਼ਨਲ ਏਅਰਲਾਈਨਜ਼ AG। ਠੀਕ ਹੈ ਜੀ। ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦਾ ਬ੍ਰਾਂਡ ਅੰਬੈਸਡਰ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਵਿਦਿਆ ਬਾਲਨ ਨੂੰ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਆਸਕਰ ਜੇਤੂ ਐਲਨ ਲੈਡ ਜੂਨੀਅਰ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ। ਉਹ ਇੱਕ ਡੈਸ਼ ਸੀ, ਨਿਰਮਾਤਾ ਸਨ। 11,420 ਕਰੋੜ ਰੁਪਏ ਦੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਹਾਲ ਹੀ ਵਿੱਚ ਕਿਸ ਮੰਤਰੀ ਦੁਆਰਾ ਕੀਤਾ ਗਿਆ ਹੈ? ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ। 2022 ਵਿੱਚ CISF ਨੇ ਇਸ ਦੇ ਕਿਸ ਸੰਸਕਰਣ ਦੇ ਸਥਾਪਨਾ ਦਿਵਸ ਦੇ ਜਸ਼ਨ ਮਨਾਏ ਹਨ? 53ਵਾਂ ਸੰਸਕਰਣ ਮਨਾਇਆ ਗਿਆ ਹੈ। 53ਵਾਂ ਰਾਈਜ਼ਿੰਗ ਡੇ ਮਨਾਇਆ ਗਿਆ CISF ਦਾ 2022 ਵਿੱਚ। ਭਾਰਤ ਦੇ ਪਹਿਲੇ ਸਵੈਦੇਸ਼ੀ ਤੌਰ ਤੇ ਵਿਕਸਿਤ ਫਲਾਈਂਗ ਟ੍ਰੇਨਰ ਦੇ ਸਮੁੰਦਰੀ ਪੱਧਰ ਦੇ ਟਰਾਇਲ ਨੂੰ ਹਾਲ ਹੀ ਵਿੱਚ ਪਾਂਡੂਚੇਰੀ ਵਿੱਚ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਇਸ ਟ੍ਰੇਨਰ ਜਹਾਜ਼ ਦਾ ਨਾਮ ਕੀ ਹੈ? ਹੰਸਾ NG। ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ DMD ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਨਿਤਿਨ ਝੁੰਗ ਨੂੰ। ਦ ਕੁਈਨ ਆਫ ਇੰਡੀਆ ਪੋਪ ਦਾ ਆਥਰਾਈਜ਼ਡ ਬਾਇਓਗ੍ਰਾਫੀ ਆਫ ਊਸ਼ਾ ਉਥਪ ਜੀਵਨੀ ਦਾ ਲੇਖਕ ਕੌਣ ਹੈ? ਸ੍ਰਿਸ਼ਟੀ ਝਾ। ਬਲੂ ਬੁੱਕ ਏ ਰਾਈਟਰਜ਼ ਜਰਨਲ ਕਿਸ ਦੁਆਰਾ ਲਿਖੀ ਗਈ ਹੈ? ਅਮਿਤਾਭ ਕੁਮਾਰ ਦੁਆਰਾ। ਕ੍ਰਿਕਟ ਖਿਡਾਰਨ ਮਿਤਾਲੀ ਰਾਜ ਨੇ ਹਾਲ ਹੀ ਵਿੱਚ ਡੈਸ਼ ਵਿਸ਼ਵ ਕੱਪ ਵਿੱਚ ਆਉਣ ਵਾਲੀ ਪਹਿਲੀ ਮਹਿਲਾ ਬਣਨ ਦਾ ਕਾਰਨਾਮਾ ਕੀਤਾ ਹੈ? ਤਾਂ 6 ਵਿਸ਼ਵ ਕੱਪ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਚੁੱਕੀ ਹਨ ਮਿਤਾਲੀ ਰਾਜ। ਇਸ ਤੋਂ ਇਲਾਵਾ ਵਿਸ਼ਵ ਕੱਪ ਦੇ ਸਭ ਤੋਂ ਜ਼ਿਆਦਾ ਮੈਚਾਂ ਵਿੱਚ ਕਪਤਾਨੀ ਕਰਨ ਵਾਲੀ ਖਿਡਾਰਨ ਵੀ ਬਣ ਚੁੱਕੇ ਹਨ ਮਿਤਾਲੀ ਰਾਜ। ਇਸ ਤੋਂ ਇਲਾਵਾ ਜੇ ਗੱਲ ਕਰੀਏ 6 ਵਿਸ਼ਵ ਕੱਪ ਪੁਰਸ਼ ਤੇ ਮਹਿਲਾ ਦੇ ਮਿਲਾ ਕੇ, ਸਚਿਨ ਤੇਂਦੁਲਕਰ, ਜਾਵੇਦ ਮਿਆਂਦਾਦ ਅਤੇ ਮਿਤਾਲੀ ਰਾਜ ਤਿੰਨੇ ਅਜਿਹੇ ਖਿਡਾਰੀ ਹਨ ਜੋ 6 ਵਿਸ਼ਵ ਕੱਪ ਖੇਡ ਚੁੱਕੇ ਹਨ। ਠੀਕ ਹੈ ਜੀ। ਪ੍ਰਤੀ ਵਿਅਕਤੀ ਸ਼ੁੱਧ ਰਾਜ ਘਰੇਲੂ ਉਤਪਾਦ ਦੀ ਵਿਕਾਸ ਦਰ ਦੇ ਮਾਮਲੇ ਵਿੱਚ 1 ਕਰੋੜ ਤੋਂ ਵੱਧ ਆਬਾਦੀ ਦੇ ਨਾਲ ਕਿਹੜਾ ਰਾਜ ਭਾਰਤ ਵਿੱਚ ਸਭ ਤੋਂ ਵੱਧ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਹੈ? ਤੇਲੰਗਾਨਾ। ਗਲੋਬਲ ਸਿਸਟਮ ਫਾਰ ਮੋਬਾਈਲਜ਼ ਕਮਿਊਨੀਕੇਸ਼ਨ ਐਸੋਸੀਏਸ਼ਨ ਨੇ ਡੈਸ਼ ਵਿੱਚ 2022 ਮੋਬਾਈਲ ਵਰਲਡ ਕਾਂਗਰਸ ਦਾ ਆਯੋਜਨ ਕੀਤਾ ਹੈ ਬਾਰਸੋਲੀਨਾ, ਸਪੇਨ ਦੇ ਵਿੱਚ। ਕਿਹੜੀ ਬੀਮਾ ਕੰਪਨੀ ਨੇ ਕੁੱਤਿਆਂ ਦਾ ਸਿਹਤ ਕਵਰ, ਪਾਲਤੂ ਕੁੱਤਿਆਂ ਲਈ ਇੱਕ ਵਿਆਪਕ ਸਿਹਤ ਬੀਮਾ ਅਤੇ ਓ ਮਾਈ ਡੌਗ ਨਾਮ ਦੀ ਇੱਕ ਡਿਜੀਟਲ ਮੁਹਿੰਮ ਸ਼ੁਰੂ ਕੀਤੀ ਹੈ? ਤਾਂ ਇਹ ਸ਼ੁਰੂ ਕੀਤੀ ਹੈ ਜੀ ਫਿਊਚਰ ਜਨਰਲ ਇੰਡੀਅਨ ਇੰਸ਼ੋਰੈਂਸ ਕੰਪਨੀ ਦੁਆਰਾ। BCCI ਦੀ ਇੰਡੀਅਨ ਪ੍ਰੀਮੀਅਰ ਲੀਗ IPL ਗਵਰਨਿੰਗ ਕੌਂਸਲ ਨੇ ਡੈਸ਼ ਨੂੰ ਟਾਟਾ IPL ਲਈ ਅਧਿਕਾਰਿਤ ਭਾਈਵਾਲ ਵਜੋਂ ਘੋਸ਼ਿਤ ਕੀਤਾ ਹੈ? ਰੁਪਏ ਨੂੰ। ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਰਾਡ ਮਾਰਸ਼ ਦਾ ਦੇਹਾਂਤ ਹੋ ਗਿਆ। ਉਹ ਇੱਕ ਡੈਸ਼ ਹੀ ਵਿਕਟ ਕੀਪਰ ਸਨ। ਭਾਰਤ ਵਿੱਚ 2 ਦਿਨ ਲੰਬੇ ਅਧਿਐਨ SII 2022 ਦੀ ਮੀਟਿੰਗ ਦਾ ਉਦਘਾਟਨ ਡੈਸ਼ ਵਿੱਚ ਆਯੋਜਿਤ ਕੀਤਾ ਗਿਆ ਹੈ? ਢਾਕਾ, ਬੰਗਲਾਦੇਸ਼ ਵਿੱਚ। ਜਨ ਔਸ਼ਧੀ ਦਿਵਸ 2022 ਦੀ ਥੀਮ ਕੀ ਹੈ? ਜਨ ਔਸ਼ਧੀ ਲੋਕ ਉਪਯੋਗੀ। ਜਨ ਔਸ਼ਧੀ ਦਿਵਸ 2022 ਨੂੰ ਫਾਰਮਾਸਿਊਟੀਕਲ ਐਂਡ ਮੈਡੀਕਲ ਡਿਵਾਈਸਿਸ ਬਿਊਰੋ ਆਫ ਇੰਡੀਆ ਦੁਆਰਾ ਮਨਾਇਆ ਜਾਂਦਾ ਹੈ। ਤਾਂ ਜਨ ਔਸ਼ਧੀ ਦਿਵਸ ਨੂੰ 7 ਮਾਰਚ ਨੂੰ ਮਨਾਇਆ ਜਾਂਦਾ ਹੈ ਜੀ। ਸਮਰਥ ਔਰਤਾਂ ਲਈ ਇੱਕ ਵਿਸ਼ੇਸ਼ ਉੱਦਮਤਾ ਪ੍ਰੋਤਸਾਹਨ ਡਰਾਈਵ ਹੈ ਜੋ ਕਿਸ ਦੇ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਹੈ? ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ ਦੁਆਰਾ। ਹਾਲ ਹੀ ਵਿੱਚ ਸਰਕਾਰ ਦੁਆਰਾ ਕੇਂਦਰੀ ਸੈਕਟਰ ਯੋਜਨਾ ਦੇ ਤਹਿਤ ਦਾਨ ਪੈਨਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਤਾਂ ਇਹ ਕੀਤੀ ਗਈ ਹੈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਦੇ ਅਧੀਨ। ਭਾਰਤ ਸ੍ਰੀਲੰਕਾ ਦੁਵੱਲੇ ਸਮੁੰਦਰੀ ਅਭਿਆਸ SLINEX 2022 ਦਾ ਆਯੋਜਨ ਕਿਸ ਸਥਾਨ ਤੇ ਹੋਇਆ? ਤਾਂ SLINEX ਦਾ ਆਯੋਜਨ ਹੋਇਆ ਜੀ ਵਿਸ਼ਾਖਾਪਟਨਮ ਦੇ ਵਿੱਚ।
ਭਾਰਤੀ ਏਅਰਟੈਲ ਨੇ ਭਾਰਤ ਦੇ ਡਿਜੀਟਲ ਈਕੋਸਿਸਟਮ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਇੱਕ ਸਹਿ ਬ੍ਰਾਂਡਡ ਕ੍ਰੈਡਿਟ ਕਾਰਡ ਲਾਂਚ ਕਰਨ ਲਈ ਕਿਸ ਬੈਂਕ ਨਾਲ ਹੱਥ ਮਿਲਾਇਆ ਹੈ? ਐਕਸਿਸ ਬੈਂਕ ਨਾਲ। ਮਾਈਕਰੋਸਾਫਟ ਨੇ ਹਾਲ ਹੀ ਵਿੱਚ ਡੈਸ਼ ਵਿੱਚ ਭਾਰਤ ਵਿੱਚ ਆਪਣਾ ਸਭ ਤੋਂ ਵੱਡਾ ਡੇਟਾ ਸੈਂਟਰ ਖੋਲ੍ਹਿਆ ਹੈ, ਹੈਦਰਾਬਾਦ ਦੇ ਵਿੱਚ। ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਕਿਸ ਦਿਨ ਨੂੰ ਮਨਾਇਆ ਜਾਂਦਾ ਹੈ? 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਤੇ 1 ਤੋਂ 8 ਮਾਰਚ ਤੱਕ ਅੰਤਰਰਾਸ਼ਟਰੀ ਮਹਿਲਾ ਵੀਕ ਮਨਾਇਆ ਗਿਆ। 2022 ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਵਿਸ਼ਾ ਕੀ ਹੈ? ਤਾਂ 2022 ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਵਿਸ਼ਾ ਹੈ ਟਿਕਾਊ ਕੱਲ੍ਹ ਲਈ ਅੱਜ ਲਿੰਗ ਸਮਾਨਤਾ। ਅੱਜ ਲਿੰਗ ਸਮਾਨਤਾ, ਇੱਕ ਟਿਕਾਊ ਕੱਲ੍ਹ ਲਈ। ਸਲੀਨੈਕਸ SLINEX 2022 ਭਾਰਤੀ ਜਲ ਸੈਨਾ ਦਾ ਕਿਹੜਾ ਜਹਾਜ਼ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹੈ? INS ਕਿਰਚ। ਇੰਡੀਆ ਗਲੋਬਲ ਫੋਰਮ ਦਾ ਸਾਲਾਨਾ ਸੰਮੇਲਨ ਡੈਸ਼ ਵਿੱਚ ਆਯੋਜਿਤ ਕੀਤਾ ਗਿਆ, ਬੈਂਗਲੁਰੂ। ਕਿਸ ਦੇਸ਼ ਨੂੰ ਹਾਲ ਹੀ ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਸਲੇਟੀ ਸੂਚੀ ਵਿੱਚ ਰੱਖਿਆ ਗਿਆ ਹੈ? ਸੰਯੁਕਤ ਅਰਬ ਇਮਾਰਤ ਨੂੰ। ਟੈਲੀਕਾਮ ਵਿਵਾਦ ਨਿਪਟਾਰਾ ਅਤੇ ਅਪੀਲ ਟ੍ਰਿਬਿਊਨਲ TDSAT ਦੇ ਚੇਅਰਪਰਸਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਧੀਰੂਭਾਈ ਨਾਰਨਭਾਈ ਪਟੇਲ ਨੂੰ। ਭਾਰਤ ਦੀ 23ਵੀਂ ਮਹਿਲਾ ਗ੍ਰੈਂਡ ਮਾਸਟਰ ਕੌਣ ਹੈ? ਪ੍ਰਿਯੰਕਾ ਨੂਟਕੀ। ਮਹਾਰਾਸ਼ਟਰ ਵਿੱਚ ਮਹਾਨ ਮਰਾਠਾ ਯੋਧੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ 9.5 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕਿਸ ਨੇ ਕੀਤਾ? ਨਰਿੰਦਰ ਮੋਦੀ ਨੇ। ਕਿਹੜੀ ਡਿਜੀਟਲ ਭੁਗਤਾਨ ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨਾਲ ਆਪਣੀ ਭਾਈਵਾਲੀ ਦਾ ਵਿਸਤਾਰ ਕੀਤਾ ਹੈ? ਪੇਟੀਐਮ। ਕਿਸ ਨਵਰਤਨ PSU ਨੇ ਹਾਲ ਹੀ ਵਿੱਚ 2018-19 ਅਤੇ 2020-21 ਲਈ ਇਸਪਾਤ ਰਾਜਭਾਸ਼ਾ ਪੁਰਸਕਾਰ ਪ੍ਰਾਪਤ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ। ਨੈਕਸਟ ਕੁਐਸਚਨ ਹੈ ਜੀ ਆਪਣਾ ਬੀਨ ਵੇਅਰ ਇੱਕ ਕਿਤਾਬ ਹੈ ਜਿਸ ਵਿੱਚ ਵਿੱਤੀ ਧੋਖਾਧੜੀ ਦੇ ਢੰਗ ਤਰੀਕੇ ਨੂੰ ਦਰਸਾਇਆ ਗਿਆ ਹੈ। ਇਹ ਕਿਤਾਬ ਕਿਸ ਦੁਆਰਾ ਜਾਰੀ ਕੀਤੀ ਗਈ? RBI ਦੁਆਰਾ। RBI ਨੇ ਡਿਜੀਟਲ ਭੁਗਤਾਨ ਲਈ 24x7 ਹੈਲਪਲਾਈਨ ਸ਼ੁਰੂ ਕੀਤਾ ਹੈ। ਇਹ ਉਪਰਾਲੇ ਦਾ ਨਾਮ ਕੀ ਹੈ? ਡਿਜੀ ਸਾਥੀ। ਫੀਚਰ ਫੋਨਾਂ ਲਈ RBI ਦੁਆਰਾ ਸ਼ੁਰੂ ਕੀਤੀ ਗਈ UPI ਸਹੂਲਤ ਦਾ ਨਾਮ ਕੀ ਹੈ? UPI 123 ਪੇ। ਸੱਭਿਆਚਾਰ ਮੰਤਰਾਲੇ ਅਤੇ ਕੱਪੜਾ ਮੰਤਰਾਲੇ ਦੁਆਰਾ ਪੈਨ ਇੰਡੀਆ ਪ੍ਰੋਗਰਾਮ ਝਾਰੋਖਾਂ ਦੀ ਸ਼ੁਰੂਆਤ ਰਵਾਇਤੀ ਭਾਰਤੀ ਦਸਤਕਾਰੀ, ਹੈਂਡਲੂਮ ਅਤੇ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ। ਪ੍ਰੋਗਰਾਮਾਂ ਦਾ ਉਦਘਾਟਨੀ ਸਮਾਰੋਹ ਕਿਸ ਸ਼ਹਿਰ ਵਿੱਚ ਹੋਇਆ? ਭੋਪਾਲ ਦੇ ਵਿੱਚ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ 2020 ਅਤੇ 2021 ਲਈ ਕਿੰਨੀਆਂ ਔਰਤਾਂ ਨੂੰ ਨਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ? 29 ਔਰਤਾਂ ਨੂੰ। CDEC ਨੇ 1.66 ਪੈਟਾਫਲੌਪਸ ਦੀ ਕੰਪਿਊਟਰੀ ਸਮਰੱਥਾ ਦੇ ਨਾਲ ਪਰਮ ਗੰਗਾ ਨਾਮ ਦਾ ਇੱਕ ਨਵਾਂ ਸੁਪਰ ਕੰਪਿਊਟਰ ਲਾਂਚ ਕੀਤਾ ਹੈ। ਸੁਪਰ ਕੰਪਿਊਟਰ ਕਿੱਥੇ ਸਥਾਪਿਤ ਕੀਤਾ ਗਿਆ ਹੈ? IIT ਰੁੜਕੀ ਦੇ ਵਿੱਚ। ਨੂਰ 2 ਹਾਲ ਹੀ ਵਿੱਚ ਕਿਸ ਦੇਸ਼ ਦੁਆਰਾ ਲਾਂਚ ਕੀਤਾ ਗਿਆ ਇੱਕ ਫੌਜੀ ਉਪਗ੍ਰਹਿ ਹੈ? ਈਰਾਨ ਦੁਆਰਾ। ਰੂਸ ਨੇ ਦੁਨੀਆ ਦਾ ਸਭ ਤੋਂ ਵੱਧ ਮਨਜ਼ੂਰੀ ਵਾਲਾ ਦੇਸ਼ ਬਣਨ ਲਈ ਕਿਹੜੇ ਦੇਸ਼ ਨੂੰ ਪਛਾੜ ਦਿੱਤਾ ਹੈ? ਈਰਾਨ ਨੂੰ। ਇਸ ਤੋਂ ਬਾਅਦ ਨੈਕਸਟ ਹੈ ਆਪਣਾ ਕਿਸ ਦੇਸ਼ ਦੇ ਰਾਜਨੀਤਿਕ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾਵਾਂ ਦਾ ਮੁਲਾਂਕਣ ਕਰਨ ਲਈ ਫਰੀडम ਹਾਊਸ ਦੁਆਰਾ ਜਾਰੀ ਕੀਤੀ ਗਈ ਸੂਚੀ ਵਿੱਚ ਆਜ਼ਾਦੀ 2022 ਰਿਪੋਰਟ ਭਾਰਤ ਨੂੰ ਆਜ਼ਾਦੀ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਹੈ? ਅੰਸ਼ਕ ਤੌਰ 'ਤੇ ਮੁਫਤ। ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਕਿਸ ਰਾਜ ਸਰਕਾਰ ਨੇ ਮਹਿਲਾ ਉਦਮੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਮਾਤਰੂ ਸ਼ਕਤੀ ਉੱਦਮਤਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ? ਤਾਂ ਹਰਿਆਣਾ ਨੇ ਮਾਤਰ ਸ਼ਕਤੀ ਉੱਦਮਤਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਕਿਹੜੀ ਰਾਜ ਸਰਕਾਰ ਆਮ ਯੋਜਨਾ ਲਾਗੂ ਕਰੇਗੀ ਜੋ ਗੈਰ ਕੰਮ ਕਰਨ ਵਾਲੀਆਂ ਮਾਵਾਂ ਦੀ ਮਦਦ ਲਈ ਇੱਕ ਸਕੀਮ ਹੈ ਅਤੇ ਰਾਜ ਦੀਆਂ ਵਿਦਿਆਰਥਣਾਂ ਨੂੰ ਲਾਭ ਪਹੁੰਚਾਉਣ ਵਾਲੀ ਵਾਹਿਨੀ ਸਕੀਮ ਹੈ? ਸਿੱਕਮ। ਵਾਹਿਨੀ ਸਕੀਮ ਸਿੱਕਮ ਦੁਆਰਾ ਸ਼ੁਰੂ ਕੀਤੀ ਗਈ ਹੈ ਜੀ। ਕਿਸ ਮਿਊਚੁਅਲ ਫੰਡ ਨੇ ਔਰਤਾਂ ਦੀ ਅਗਵਾਈ ਵਾਲੀ ਵਿੱਤੀ ਸਸ਼ਕਤੀਕਰਨ ਪਹਿਲ ਕਦਮੀ ਲਕਸ਼ਮੀ ਫॉर ਲਕਸ਼ਮੀ ਸ਼ੁਰੂ ਕੀਤੀ ਹੈ? HDFC ਮਿਊਚੁਅਲ ਫੰਡ ਨੇ ਲਕਸ਼ਮੀ ਫॉर ਲਕਸ਼ਮੀ ਸ਼ੁਰੂ ਕੀਤੀ ਹੈ ਜੀ। ਡੈਸ਼ ਨੂੰ 2041
ਕਲਾਈਮੇਟ ਫੋਰਸ ਅੰਟਾਰਕਟਿਕ ਮੁਹਿੰਮ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ, ਜੋ ਮਾਰਚ 2022 ਵਿੱਚ ਆਉਣ ਵਾਲੀ ਹੈ। ਆਰੂਸ਼ੀ ਵਰਮਾ ਨੂੰ ਟੀ ਰਾਜਾ ਕੁਮਾਰ ਨੂੰ ਵਿੱਤੀ ਐਕਸ਼ਨ ਟਾਸਕ ਫੋਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਕਿਸ ਦੇਸ਼ ਦਾ ਰਹਿਣ ਵਾਲਾ ਹੈ? ਸਿੰਗਾਪੁਰ। ਰਿਲਾਇੰਸ ਇੰਡਸਟਰੀ ਲਿਮਟਿਡ ਨੇ ਡੈਸ਼ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਅਤੇ ਸੱਭਿਆਚਾਰਕ ਹੱਬ ਖੋਲ੍ਹਿਆ ਹੈ, ਮੁੰਬਈ ਵਿੱਚ। ਸੇਬੀ ਨੇ ਕਰਜ਼ਾ ਪ੍ਰਤੀਭੂਤੀਆਂ ਦੇ ਜਨਤਕ ਮੁੱਦਿਆਂ ਵਿੱਚ ਅਰਜ਼ੀ ਦੇਣ ਵਾਲੇ ਪ੍ਰਚੂਨ ਨਿਵੇਸ਼ਕਾਂ ਲਈ ਨਿਵੇਸ਼ ਸੀਮਾ ਵਿੱਚ ਵਾਧਾ ਕੀਤਾ ਹੈ। ਨਵੀਂ ਸੀਮਾ ਕੀ ਹੈ? 5 ਲੱਖ ਰੁਪਏ। WHO ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਇਹਨਾਂ ਵਿੱਚੋਂ ਕਿਹੜੇ ਭਾਰਤੀ ਸ਼ਹਿਰਾਂ ਵਿੱਚ ਆਵੇਗਾ? ਤਾਂ ਜਾਮਨਗਰ ਦੇ ਵਿੱਚ ਆਵੇਗਾ ਟ੍ਰੈਡੀਸ਼ਨਲ ਮੈਡੀਸਨ ਸੈਂਟਰ। ਕਿਸ ਬੈਂਕ ਨੇ ਵੌਇਸ ਸੇ UPI ਭੁਗਤਾਨ ਸੇਵਾ ਲਈ ਸੌਫਟਵੇਅਰ ਕੰਪਨੀ ਟੋਨਟੇਗ ਨਾਲ ਭਾਈਵਾਲੀ ਕੀਤੀ ਹੈ? NSDL ਪੇਮੈਂਟ ਬੈਂਕ ਨੇ। SL ਨਾਰਾਇਣ ਕਿਸ ਖੇਡ ਮੁਕਾਬਲੇ ਦਾ ਭਾਰਤੀ ਖਿਡਾਰੀ ਹੈ? ਸ਼ਤਰੰਜ। SL ਨਾਰਾਇਣ ਸ਼ਤਰੰਜ ਨਾਲ ਸੰਬੰਧਿਤ ਹਨ। ਭਗਵਾਨ ਬੁੱਧ ਦੀ ਭਾਰਤ ਦੀ ਸਭ ਤੋਂ ਵੱਡੀ ਮੂਰਤੀ ਕਿਸ ਤੀਰਥ ਸਥਾਨ ਤੇ ਬਣਾਈ ਜਾ ਰਹੀ ਹੈ? ਬੋਧ ਗਾਇਆ ਦੇ ਵਿੱਚ। ਕਿਸ ਰਾਜ ਦੇ ਮੁੱਖ ਮੰਤਰੀ ਨੇ 150.4 ਕਰੋੜ ਦੀ ਲਾਗਤ ਨਾਲ ਬਣੇ ਭਾਰਤ ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਹੈ? ਤਾਮਿਲਨਾਡੂ ਰਾਜ ਦੇ ਮੁੱਖ ਮੰਤਰੀ ਨੇ ਇਸ ਦਾ ਉਦਘਾਟਨ ਕੀਤਾ ਹੈ। ਇੰਟਰਨੈਸ਼ਨਲ ਪੈਰਾ ਓਲੰਪਿਕ ਕਮੇਟੀ ਨੇ ਯੂਕਰੇਨ ਵਿੱਚ ਜੰਗ ਦੇ ਕਾਰਨ ਬੀਜਿੰਗ 2022 ਵਿੰਟਰ ਪੈਰਾ ਓਲੰਪਿਕ ਲਈ ਰੂਸ ਅਤੇ ਬੈਲਾਰੂਸ ਦੇ ਐਥਲੀਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅੰਤਰਰਾਸ਼ਟਰੀ ਪੈਰਾ ਓਲੰਪਿਕ ਕਮੇਟੀ ਦਾ ਮੁੱਖ ਦਫ਼ਤਰ ਕਿੱਥੇ ਹੈ? ਬੋਨ, ਜਰਮਨੀ ਦੇ ਵਿੱਚ। ਲੂਪਿਨ ਲਿਮਟਿਡ ਦੀ ਮਹਿਲਾ ਕਾਰਡੀਓਵੈਸਕਰ ਹੈਲਥ ਅਵੇਅਰਨੈਸ ਇਨਸੈਂਟਿਵ ਸ਼ਕਤੀ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਮੈਰੀ ਕਾਮ ਨੂੰ। ਨੋ ਸਮੋਕਿੰਗ ਡੇ ਕਦੋਂ ਮਨਾਇਆ ਜਾਂਦਾ ਹੈ? ਮਾਰਚ ਦੇ ਦੂਜੇ ਬੁੱਧਵਾਰ ਨੂੰ। ਰਫੀਕ ਤਰਾਰ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ। ਉਹ ਡੈਸ਼ ਸਨ? ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਜੱਜ ਸਨ ਇਹ। ਰਿਜ਼ਵਾਨਾ ਹਸਨ ਨੂੰ ਹਾਲ ਹੀ ਵਿੱਚ 2022 ਲਈ ਇੰਟਰਨੈਸ਼ਨਲ ਵੂਮੈਨ ਆਫ ਕਰੇਜ ਅਵਾਰਡ ਲਈ ਚੁਣਿਆ ਗਿਆ ਹੈ। ਇਹ ਕਿਸ ਦੇਸ਼ ਦੀ ਸਨ? ਬੰਗਲਾਦੇਸ਼ ਦੀ। ਭਾਰਤ ਦੇ ਤੇਜ਼ ਗੇਂਦਬਾਜ਼ ਡੈਸ਼ ਨੇ ਹਾਲ ਹੀ ਵਿੱਚ ਘਰੇਲੂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ? S ਸ੍ਰੀਸੰਤ ਨੇ। ਕਿਸ ਰਾਜ ਦੇ ਮੁੱਖ ਮੰਤਰੀ ਨੇ ਕੌਸ਼ਲਿਆ ਮਾਤਰਤਵ ਯੋਜਨਾ ਸ਼ੁਰੂ ਕੀਤੀ ਹੈ? ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਕੌਸ਼ਲਿਆ ਮਾਤਰਤਵ ਯੋਜਨਾ ਸ਼ੁਰੂ ਕੀਤੀ ਹੈ। ਜੀਟਾ ਨੇ ਬੈਂਕ ਫਿਨਟੈਕਸ ਲਈ ਅਗਲੀ ਪੀੜ੍ਹੀ ਦੇ ਕ੍ਰੈਡਿਟ ਪ੍ਰੋਸੈਸਿੰਗ ਨੂੰ ਪਾਵਰ ਦੇਣ ਲਈ ਕਿਸ ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ? ਮਾਸਟਰਕਾਰਡ ਨਾਲ। ਕਿਹੜਾ ਦੇਸ਼ G7 ਦੇਸ਼ਾਂ ਦੀ ਖੇਤੀਬਾੜੀ ਮੰਤਰੀਆਂ ਦੀ ਇੱਕ ਵਰਚੁਅਲ ਮੀਟਿੰਗ ਦੀ ਮੇਜ਼ਬਾਨੀ ਕਰੇਗਾ? ਜਰਮਨੀ। 2022 ਵਿੱਚ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਦਾ ਕਿਹੜਾ ਐਡੀਸ਼ਨ ਆਯੋਜਿਤ ਕੀਤਾ ਗਿਆ? ਤੀਜਾ ਐਡੀਸ਼ਨ। ਵਿਸ਼ਵ ਕਿਡਨੀ ਦਿਵਸ ਹਰ ਸਾਲ ਕਿਸ ਦਿਨ ਮਨਾਇਆ ਜਾਂਦਾ ਹੈ? ਮਾਰਚ ਦੇ ਦੂਜੇ ਵੀਰਵਾਰ ਨੂੰ। ਮੌਜੂਦਾ ਰਾਸ਼ਟਰਪਤੀ ਮੂਨ ਜੇ ਇਨ ਦੀ ਥਾਂ ਲਈ ਦੱਖਣੀ ਕੋਰੀਆ ਦਾ ਨਵਾਂ ਰਾਸ਼ਟਰਪਤੀ ਕਿਸ ਨੂੰ ਚੁਣਿਆ ਗਿਆ ਹੈ? ਜੂਨ ਸੁਕ ਯੋਲ ਨੂੰ। ਇਹਨਾਂ ਵਿੱਚੋਂ ਕਿਹੜਾ RBI ਅਧੀਨ ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਚਿਊਟ ਦਾ ਹਿੱਸਾ ਨਹੀਂ ਹੈ? ਸੇਬੀ। 2022 ਵਿਸ਼ਵ ਕਿਡਨੀ ਦਿਵਸ ਦਾ ਥੀਮ ਕੀ ਸੀ? ਸਾਰਿਆਂ ਲਈ ਗੁਰਦਿਆਂ ਦੀ ਸਿਹਤ। ਕਿਸ ਰਾਜ ਸਰਕਾਰ ਨੇ ਵੂਮੈਨ ਐਟ ਵਰਕ ਪ੍ਰੋਗਰਾਮ ਸ਼ੁਰੂ ਕੀਤਾ ਹੈ? ਕਰਨਾਟਕਾ ਨੇ। ਕਿਸ ਰਾਜ ਦੇ ਮੁੱਖ ਮੰਤਰੀ ਨੇ ਔਰਤਾਂ ਲਈ ਸੁਸ਼ਮਾ ਸਵਰਾਜ ਪੁਰਸਕਾਰ ਦਾ ਐਲਾਨ ਕੀਤਾ ਹੈ? ਹਰਿਆਣਾ ਨੇ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਯੂਕਰੇਨ ਲਈ ਕਿੰਨੀ ਐਮਰਜੈਂਸੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ? $1.4 ਬਿਲੀਅਨ। CRISIL ਨੇ 2022-23 ਲਈ ਭਾਰਤ ਦੀ GDP ਵਿਕਾਸ ਦਰ ਡੈਸ਼ ਦਾ ਅਨੁਮਾਨ ਰੱਖਿਆ 7.8%। ਕਿਹੜੀ ਸਿਹਤ ਬੀਮਾ ਕੰਪਨੀ ਨੇ ਸਟਾਰ ਵੂਮੈਨ ਕੇਅਰ ਇੰਸ਼ੋਰੈਂਸ ਪਾਲਿਸੀ ਲਾਂਚ ਕੀਤੀ ਹੈ? ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਨੇ। ਆਨ ਬੋਰਡ ਮਾਈ ਈਅਰਸ ਇਨ BCCI ਸਿਰਲੇਖ ਵਾਲੀ ਆਪਣੀ ਆਤਮਕਥਾ ਕਿਸ ਨੇ ਜਾਰੀ ਕੀਤੀ ਹੈ? ਰਤਨਾਕਰ ਸੈਟੀ ਨੇ। ਕਿਸ ਦਿਨ ਨੂੰ ਮਹਿਲਾ ਜੱਜਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ? 10 ਮਾਰਚ ਨੂੰ। ਕਿਸ ਰਾਜ ਨੇ ਲਗਾਤਾਰ ਦੂਸਰੇ ਸਾਲ ਸਕੌਚ ਸਟੇਟ ਆਫ ਗਵਰਨੈਂਸ ਰੈਂਕਿੰਗ ਵਿੱਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ? ਆਂਧਰਾ ਪ੍ਰਦੇਸ਼ ਨੇ।
किस देश ने हाल ही विच अपनी पहली महिला राष्ट्रपति चुनी है? हंगरी ने। मशहूर गोल्फर ਨੂੰ ਰਸਮੀ तौर पर विश्व गोल्फर हाल ऑफ फेम ਵਿੱਚ शामिल किया गया टाइगर वुड्स ਨੂੰ। आरबीआई ने हाल ही ਵਿੱਚ पेटीएम पेमेंट बैंक लिमिटेड ਨੂੰ आरबीआई एक्ट ਦੀ किस ਧਾਰਾ ਦੇ तहत ਨਵੇਂ ਗਾਹਕਾਂ ਨੂੰ ਸ਼ਾਮਲ ਕਰਨ ਤੋਂ ਰੋਕ ਦਿੱਤਾ ਹੈ? ਧਾਰਾ 35A ਦੇ तहत। ਸੁਪਰੀਮ ਕੋਰਟ ਦੁਆਰਾ ਚਾਰਧਾਮ ਪ੍ਰੋਜੈਕਟ ਤੇ ਹਾਈ ਪਾਵਰਡ ਕਮੇਟੀ ਦੇ ਨਵੇਂ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਜਸਟਿਸ AK ਸਿਕਰੀ ਨੂੰ। 2022 ਵਿੱਚ IRDAI ਦੇ ਨਵੇਂ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਦੀਵਾਸੀਸ ਪਾਂਡੇ ਨੂੰ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਦੁਆਰਾ ਕਿੰਨੇ ਹਵਾਈ ਅੱਡਿਆਂ ਨੂੰ ਆਕਾਰ ਅਤੇ ਖੇਤਰ ਦੁਆਰਾ ਸਰਵੋਤਮ ਹਵਾਈ ਅੱਡੇ ਵਜੋਂ ਸਨਮਾਨਿਤ ਕੀਤਾ ਗਿਆ ਹੈ? 6 ਨੂੰ। ਸ਼ਹਿਰੀ ਹਵਾਬਾਜ਼ੀ ਮੰਤਰੀ ਦੁਆਰਾ ਹਾਲ ਹੀ ਵਿੱਚ ਇਹਨਾਂ ਵਿੱਚੋਂ ਕਿਸ ਸ਼ਹਿਰ ਵਿੱਚ ਪਹਿਲੇ ਡਰੋਨ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ? ਗਵਾਲੀਅਰ ਦੇ ਵਿੱਚ। ਕਿਸ ਰਾਜ ਸਰਕਾਰ ਨੇ ਚਾਹ ਕਾਮਿਆਂ ਲਈ ਮੁੱਖ ਮੰਤਰੀ ਚਾਹ ਸ਼੍ਰਮੀ ਕਲਿਆਣ ਪ੍ਰਕਲਪ ਦੀ ਵਿਸ਼ੇਸ਼ ਯੋਜਨਾ ਦਾ ਐਲਾਨ ਕੀਤਾ ਹੈ? ਤ੍ਰਿਪੁਰਾ ਨੇ। ਸਵੀਡਨ ਦੀ ਯੂਨੀਵਰਸਿਟੀ ਦੇ ਵੀਡੇਮ ਇੰਸਟੀਚਿਊਟ ਦੁਆਰਾ ਜਾਰੀ ਲਿਬਰਨ ਡੈਮੋਕ੍ਰੇਟਿਕ ਇੰਡੈਕਸ ਵਿੱਚ ਭਾਰਤ ਦਾ ਦਰਜਾ ਕਿੰਨਾਵਾਂ ਹੈ? 93ਵਾਂ। ਕੋਲਗੇਟ ਪਾਮੋਲਿਵ ਇੰਡੀਆ ਲਿਮਟਿਡ ਦੇ CEO ਅਤੇ MD ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਪ੍ਰਭਾ ਨਰਸਿਮਨ ਨੂੰ। ਮਰਹੂਮ ਸੋਲੀ ਸੋਰਾਬਾਜੀ ਦੀ ਜੀਵਨੀ ਸੋਲੀ ਸੋਰਾਬਾਜੀ ਲਾਈਫ ਐਂਡ ਟਾਈਮਜ਼ ਦਾ ਲੇਖਕ ਕੌਣ ਹੈ? ਤਾਂ ਇਸ ਦੇ ਲੇਖਕ ਹਨ ਅਭਿਨਵ ਚੰਦਰ ਚੂੜ। ਭਾਰਤ ਦੇ ਵਿਕਾਸ ਵਿੱਚ ਮਜ਼ਦੂਰਾਂ ਦੀ ਭੂਮਿਕਾ ਸਿਰਲੇਖ ਵਾਲੀ ਇੱਕ ਕਿਤਾਬ ਕਿਸ ਦੀ ਲਾਂਚ ਕੀਤੀ ਗਈ? ਭੁਪਿੰਦਰ ਯਾਦਵ। QR ਕੋਡ ਆਧਾਰਿਤ GI ਟੈਗ ਕੀਤੇ ਹੱਥ ਨਾਲ ਬੁਣੇ ਕਸ਼ਮੀਰੀ ਕਾਰਪੇਟ ਦੀ ਪਹਿਲੀ ਖੇਪ ਹਾਲ ਹੀ ਵਿੱਚ ਕਿਸ ਦੇਸ਼ ਨੂੰ ਨਿਰਯਾਤ ਕੀਤੀ ਗਈ? ਜਰਮਨੀ ਨੂੰ। ਵਿੱਤੀ ਸਾਲ 2022-23 ਵਿੱਚ ਮੋਰਗਨ ਸਟੈਨਲੀ ਦੇ ਅਨੁਸਾਰ ਭਾਰਤ ਦੀ GDP ਵਿਕਾਸ ਦਰ ਦਾ ਤਾਜ਼ਾ ਅਨੁਮਾਨ ਕੀ ਹੈ? 7.9%। EPFO ਦੁਆਰਾ ਵਿੱਤੀ ਸਾਲ 2021-22 ਵਿੱਚ ਲਈ ਪ੍ਰਾਈਵੇਟ ਫੰਡ ਜਮ੍ਹਾਂ ਤੇ ਵਿਆਜ ਦਰ ਕਿੰਨਾ ਹੈ? 8.10%। ਉਸ IAS ਅਧਿਕਾਰੀ ਦਾ ਨਾਮ ਦੱਸੋ ਜਿਸ ਨੂੰ ਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਅਥਾਰਟੀ ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ? ਅਜੇ ਭੂਸ਼ਣ ਪਾਂਡੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਕਿਸ ਸ਼ਹਿਰ ਵਿੱਚ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦਾ ਨਵਾਂ ਕੈਂਪਸ ਬਿਲਡਿੰਗ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ? ਗਾਂਧੀਨਗਰ। ਇੰਦਰਾਣੀ ਮੈਡੀਸਿਟੀ ਨੂੰ ਦੇਸ਼ ਦੇ ਪਹਿਲੇ ਮੈਡੀਕਲ ਸ਼ਹਿਰ ਵਜੋਂ ਸਥਾਪਿਤ ਕਰਨ ਦੀ ਯੋਜਨਾ ਹੈ। ਇਹਨਾਂ ਵਿੱਚੋਂ ਕਿਸ ਸ਼ਹਿਰ ਵਿੱਚ ਹੈ? ਪੂਨੇ। ਗੈਬਰੀਅਲ ਬੋਰਿਟ ਫੌਂਟ ਨੂੰ ਹਾਲ ਹੀ ਵਿੱਚ ਕਿਸ ਦੇਸ਼ ਦਾ ਸਭ ਤੋਂ ਨੌਜਵਾਨ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ? ਚਿਲੀ। ਗਿਣਤ ਦਾ ਅੰਤਰਰਾਸ਼ਟਰੀ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 14 ਮਾਰਚ ਨੂੰ। dealroom.com ਨਿਵੇਸ਼ ਡਾਟਾ ਦੇ ਲੰਦਨ ਅਤੇ ਭਾਗੀਦਾਰਾਂ ਦੇ ਵਿਸ਼ਲੇਸ਼ਣ ਦੇ ਅਨੁਸਾਰ ਭਾਰਤ ਨੇ 2021 ਵਿੱਚ ਡਿਜੀਟਲ ਸ਼ਾਪਿੰਗ ਕੰਪਨੀਆਂ ਲਈ ਡੈਸ਼ ਸਭ ਤੋਂ ਵੱਡਾ ਵਿਸ਼ਵ ਉਦਮ ਪੂੰਜੀ ਨਿਵੇਸ਼ ਕੇਂਦਰ ਸੁਰੱਖਿਅਤ ਕੀਤਾ ਹੈ? 2G। ਕਿਸ ਬੈਂਕ ਨੇ ਸਵੈ ਸਹਾਇਤਾ ਸਮੂਹ ਬੈਂਕ ਲਿੰਕੇਜ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਲਈ ਵਿੱਤੀ ਸਾਲ 2020-21 ਲਈ ਸ਼ਾਨਦਾਰ ਪ੍ਰਦਰਸ਼ਨ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ? ਜੰਮੂ ਅਤੇ ਕਸ਼ਮੀਰ ਬੈਂਕ। ਅੰਤਰਰਾਸ਼ਟਰੀ ਗਿਣਤ ਦਿਵਸ 2022 ਦਾ ਵਿਸ਼ਾ ਕੀ ਹੈ? ਗਿਣਤ ਇਕਜੁੱਟ ਹੈ। ਕਿਸ ਸੰਸਥਾ ਨੇ ਸਕੂਲੀ ਬੱਚਿਆਂ ਲਈ ਯੁਵਾ ਵਿਗਿਆਨੀ ਕਾਰਜਕ੍ਰਮ ਜਾਂ ਯੁਵਾ ਵਿਗਿਆਨੀ ਪ੍ਰੋਗਰਾਮ ਨਾਮਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ? ਇਸਰੋ। ਲੇਖਕ ਡੈਸ਼ ਅਨੁਵਾਦਿਤ ਹਿੰਦੀ ਨਾਵਲ ਸੈਂਡ ਦਾ ਕਵਰ ਅੰਤਰਰਾਸ਼ਟਰੀ ਬੁੱਕਰ ਪੁਰਸਕਾਰ ਲਈ ਸੂਚੀਬੱਧ 13 ਕਿਤਾਬਾਂ ਵਿੱਚੋਂ ਇੱਕ ਹੈ? ਗੀਤਾਂਜਲੀ ਸ਼੍ਰੀ। ਕਿਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੈਫਟੀਨੈਂਟ ਗਵਰਨਰ ਨੇ ਵਿਦਿਆਰਥੀਆਂ ਲਈ ਆਪਣੀ ਕਿਸਮ ਦਾ ਪਹਿਲਾ ਡਿਜੀਟਲ ਸਕੂਲ ਹੈਲਥ ਪਲੇਟਫਾਰਮ ਲਾਂਚ ਕੀਤਾ ਹੈ? ਪਾਂਡੂਚੇਰੀ। ਦੁਨੀਆ ਭਰ ਵਿੱਚ ਰੋਟਰੈਕਟਰਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਹਰ ਸਾਲ ਡੈਸ਼ ਨੂੰ ਵਿਸ਼ਵ ਰੋਟਰੈਕਟ ਦਿਵਸ ਮਨਾਇਆ ਜਾਂਦਾ ਹੈ? 13 ਮਾਰਚ ਨੂੰ ਰੋਟਰੈਕਟ ਦਿਵਸ ਮਨਾਇਆ ਜਾਂਦਾ ਹੈ।
ਉਪਭੋਗਤਾ ਅਧਿਕਾਰ ਬਾਰੇ ਵਿਸ਼ਵ ਪੱਧਰ ਤੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਡੈਸ਼ ਨੂੰ ਵਿਸ਼ਵ ਖਪਤਕਾਰ ਦਿਵਸ ਮਨਾਇਆ ਜਾਂਦਾ ਹੈ। ਤਾਂ 15 ਮਾਰਚ ਨੂੰ ਵਿਸ਼ਵ ਖਪਤਕਾਰ ਦਿਵਸ ਮਨਾਇਆ ਜਾਂਦਾ ਹੈ। ਨਦੀਆਂ ਲਈ ਕਾਰਵਾਈ ਦਾ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਇਆ ਜਾਂਦਾ ਹੈ? 14 ਮਾਰਚ ਨੂੰ। ਜਰਮਨ ਓਪਨ ਬੈਡਮਿੰਟਨ 2022 ਵਿੱਚ ਸਿਲਵਰ ਮੈਡਲ ਕਿਸ ਨੇ ਜਿੱਤਿਆ? ਲਕਸ਼ਯ ਸੇਨ ਨੇ। ਆਇਲ ਇੰਡੀਆ ਲਿਮਟਿਡ OIL ਦੇ ਅਗਲੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਰਣਜੀਤ ਰੱਥ ਨੂੰ। ਏਅਰ ਇੰਡੀਆ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? N ਚੰਦਰਸ਼ੇਖਰਨ ਨੂੰ। 2017 ਤੋਂ 2021 ਵਿਚਕਾਰ ਹਥਿਆਰਾਂ ਦੇ ਸਭ ਤੋਂ ਵੱਡੇ ਆਯਾਤਕਾਰ ਦੀ ਸੂਚੀ ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? ਭਾਰਤ। ਮਿਸ਼ਨ ਇੰਦਰਧਨੁਸ਼ ਦੇ ਤਹਿਤ 90.5% ਕਵਰੇਜ ਦੇ ਨਾਲ ਪੂਰੇ ਟੀਕਾਕਰਨ ਦੀ ਸੂਚੀ ਵਿੱਚ ਕਿਹੜਾ ਰਾਜ ਸਭ ਤੋਂ ਉੱਪਰ ਹੈ? ਉੜੀਸਾ। 8ਵੇਂ ਐਡੀਸ਼ਨ ਫਾਰਚੂਨ ਇੰਡੀਆ ਦਾ ਨੈਕਸਟ 500 2022 ਐਡੀਸ਼ਨ ਵਿੱਚ ਭਾਰਤ ਰੇਲਟੇਲ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦਾ ਭਾਰਤ ਵਿੱਚ ਕੰਮ ਕਰ ਰਹੀਆਂ ਚੋਟੀ ਦੀਆਂ ਮੈਡੀਸਾਈਜ਼ ਕੰਪਨੀਆਂ ਦਾ ਦਰਜਾ ਹੈ 124। ਕਿਹੜੀ ਕੰਪਨੀ ਨੇ ਭਾਰਤ ਦਾ ਪਹਿਲਾ ਪ੍ਰਾਇਮਰੀ ਬਾਜ਼ਾਰ ਨਿਵੇਸ਼ ਪਲੇਟਫਾਰਮ ਵਨ ਅਪ ਲਾਂਚ ਕੀਤਾ ਹੈ? IIFL ਸਿਕਿਉਰਿਟੀ ਲਿਮਟਿਡ ਨੇ। ਇਸ ਸਾਲ ਅੰਤਰਰਾਸ਼ਟਰੀ ਉਪਭੋਗਤਾ ਦਿਵਸ ਡੈਸ਼ ਦੇ ਥੀਮ ਤੇ ਮਨਾਇਆ ਗਿਆ? ਨਿਰਪੱਖ ਡਿਜੀਟਲ ਵਿੱਤ। ਕਿਸ ਫਿਲਮ ਨੇ 75ਵੇਂ ਬਾਫਟਾ ਅਵਾਰਡਜ਼ 2022 ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ? ਕੁੱਤੇ ਦੀ ਸ਼ਕਤੀ, ਪਾਵਰ ਆਫ ਅ ਡੌਗ। ਕਿਸ ਫਿਲਮ ਨੇ 75ਵੇਂ ਬਾਫਟਾ ਅਵਾਰਡਜ਼ 2022 ਵਿੱਚ ਆਊਟਸਟੈਂਡਿੰਗ ਬ੍ਰਿਟਿਸ਼ ਫਿਲਮ ਸ਼੍ਰੇਣੀ ਦਾ ਪੁਰਸਕਾਰ ਜਿੱਤਿਆ ਹੈ? ਤਾਂ ਇਹ ਜਿੱਤੇ ਜੀ ਬੇਲਫਾਸਟ ਨੇ। ਕਿਸ ਨੇ 75ਵੇਂ ਬਾਫਟਾ ਅਵਾਰਡਜ਼ 2022 ਵਿੱਚ ਲੀਡਿੰਗ ਰੋਲ ਵਿੱਚ ਸਰਵੋਤਮ ਅਦਾਕਾਰਾ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਿਆ ਹੈ? ਬਿਲ ਸਮਿਥ ਨੇ। 75ਵੇਂ ਬਾਫਟਾ ਅਵਾਰਡਜ਼ 2022 ਵਿੱਚ ਸਰਵੋਤਮ ਅਭਿਨੇਤਰੀ ਇਨ ਲੀਡਿੰਗ ਰੋਲ ਸ਼੍ਰੇਣੀ ਦਾ ਪੁਰਸਕਾਰ ਕਿਸ ਨੇ ਜਿੱਤਿਆ? ਜੋਆਨਾ ਸਕੈਨਲ ਨੇ। ਨਦੀਆਂ ਲਈ ਅੰਤਰਰਾਸ਼ਟਰੀ ਕਿਰਿਆ ਦਿਵਸ 2022 ਦਾ ਵਿਸ਼ਾ ਕੀ ਸੀ? ਜੈਵ ਵਿਭਿੰਨਤਾ ਲਈ ਨਦੀਆਂ ਦਾ ਮਹੱਤਵ। ਫਰਵਰੀ 2022 ਨੂੰ ਕਿਸ ਖਿਡਾਰੀ ਨੂੰ ICC ਮਹੀਨੇ ਦਾ ਪੁਰਸ਼ ਖਿਡਾਰੀ ਪੁਰਸਕਾਰ ਦਿੱਤਾ ਗਿਆ? ਤਾਂ ਸ਼੍ਰੇਯਸ ਅਈਅਰ ਨੂੰ ਫਰਵਰੀ 2022 ਦਾ ICC ਮਹੀਨੇ ਦਾ ਪੁਰਸ਼ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ। ਭਾਰਤ ਵਿੱਚ ਰਾਸ਼ਟਰੀ ਟੀਕਾਕਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ? 16 ਮਾਰਚ ਨੂੰ। ਐਮੇਲੀਆ ਕੇਰ ਨੇ ਫਰਵਰੀ 2022 ਲਈ ICC ਮਹੀਨਾ ਪਲੇਅਰ ਆਫ ਦੀ ਮੰਥ ਪੁਰਸਕਾਰ ਜਿੱਤਿਆ ਹੈ। ਉਹ ਕਿਸ ਦੇਸ਼ ਲਈ ਖੇਡਦੀ ਹੈ? ਤਾਂ ਐਮੀਲੀਆ ਕੇਰੀ ਕਿਸ ਦੇਸ਼ ਲਈ ਖੇਡਦੀ ਹੈ? ਇਹ ਖੇਡਦੀ ਹੈ ਜੀ ਨਿਊਜ਼ੀਲੈਂਡ ਲਈ। ਕਿਸ ਰਾਜ ਯੂਟੀ ਸਰਕਾਰ ਨੇ ਇਲੈਕਟ੍ਰਿਕ ਆਟੋ ਦੀ ਖਰੀਦ ਅਤੇ ਰਜਿਸਟ੍ਰੇਸ਼ਨ ਲਈ ਇੱਕ ਆਨਲਾਈਨ ਮਾਈ ਇਲੈਕਟ੍ਰੀਕਲ ਵਾਹੀਕਲ ਪੋਰਟਲ ਲਾਂਚ ਕੀਤਾ ਹੈ? ਤਾਂ ਇਸ ਦਾ ਆਨਸਰ ਤੁਸੀਂ ਦੇਣਾ ਹੈ ਮੈਨੂੰ। ਭਾਰਤ ਦਾ ਪਹਿਲਾ ਡਿਜੀਟਲ ਵਾਟਰ ਬੈਂਕ ਐਕਵੇਰੀਅਮ ਡੈਸ਼ ਵਿੱਚ ਲਾਂਚ ਕੀਤਾ ਗਿਆ ਹੈ? ਬੈਂਗਲੁਰੂ ਵਿੱਚ। ਗੇਮ 24x7 ਦੁਆਰਾ ਮਾਈ 11 ਸਰਕਲ ਲਈ ਨਵੇਂ ਬ੍ਰਾਂਡ ਐਂਬੈਸਡਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਸ਼ੁਭਮ ਗਿੱਲ ਅਤੇ ਰੀਤੂਰਾਜ ਗਾਇਕਵਾੜ ਨੂੰ ਗੇਮ 27 ਦੁਆਰਾ ਮਾਈ 11 ਸਰਕਲ ਲਈ ਨਵੇਂ ਬ੍ਰਾਂਡ ਐਂਬੈਸਡਰ ਬਣੇ ਹਨ। ਭਾਰਤ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਟੈਕਨੋਲੋਜੀ ਪਾਰਕ ਡੈਸ਼ ਵਿਖੇ ਲਾਂਚ ਕੀਤਾ ਗਿਆ ਹੈ? IISc ਬੈਂਗਲੁਰੂ। ਸੰਯੁਕਤ ਰਾਜ ਅਤੇ ਇਸ ਦੇ ਸਹਿਯੋਗੀਆਂ ਨੇ ਹਾਲ ਹੀ ਵਿੱਚ ਕਿਸ ਦੇਸ਼ ਤੋਂ ਸਭ ਤੋਂ ਵੱਧ ਪਸੰਦੀਦਾ ਦੇਸ਼ ਦਾ ਦਰਜਾ ਖੋਣ ਦਾ ਐਲਾਨ ਕੀਤਾ ਹੈ? ਰੂਸ। ਭਾਰਤ ਦਾ ਪਹਿਲਾ ਵਿਸ਼ਵ ਸ਼ਾਂਤੀ ਕੇਂਦਰ ਡੈਸ਼ ਵਿੱਚ ਸਥਾਪਿਤ ਕੀਤਾ ਜਾਵੇਗਾ? ਗੁਰੂਗ੍ਰਾਮ ਵਿੱਚ। ਸਾਹਿਤ ਅਕਾਦਮੀ ਨੇ ਮੌਨਸੂਨ ਸਿਰਲੇਖ ਵਾਲੀ ਇੱਕ ਪੁਸਤਕ ਲੰਬਾਈ ਕਵਿਤਾ ਪ੍ਰਕਾਸ਼ਿਤ ਕੀਤੀ ਹੈ। ਇਸ ਕਵਿਤਾ ਦਾ ਲੇਖਕ ਕੌਣ ਹੈ? ਅਵੇਕੇ। ਭਾਰਤ ਵਿੱਚ ਕਿਸ ਰਾਜ ਵਿੱਚ ਮਾਵਾਂ ਦੀ ਮੌਤ ਦਰ ਦਾ ਅਨੁਪਾਤ ਸਭ ਤੋਂ ਘੱਟ ਹੈ? ਤਾਂ ਕੇਰਲਾ ਦੇ ਵਿੱਚ ਮਾਵਾਂ ਦੀ ਮੌਤ ਦਰ ਦਾ ਅਨੁਪਾਤ ਸਭ ਤੋਂ ਘੱਟ ਹੈ। ਆਸਕਰ ਤੇ ਸਭ ਤੋਂ ਵਧੀਆ ਦਸਤਾਵੇਜ਼ੀ ਵਿਸ਼ੇਸ਼ਤਾ ਸ਼੍ਰੇਣੀ ਲਈ ਆਖਰੀ 5 ਵਿੱਚ ਕਿਹੜੀ ਭਾਰਤੀ ਦਸਤਾਵੇਜ਼ੀ ਨੂੰ ਚੁਣਿਆ ਗਿਆ? ਅੱਗ ਨਾਲ ਲਿਖਣਾ। ਰਾਸ਼ਟਰੀ ਟੀਕਾਕਰਨ ਦਿਵਸ ਜਾਂ ਰਾਸ਼ਟਰੀ ਟੀਕਾਕਰਨ ਦਿਵਸ 2022 ਦੀ ਥੀਮ ਕੀ ਹੈ? ਤਾਂ ਇਸ ਸਾਲ ਦੀ ਥੀਮ ਹੈ ਟੀਕੇ ਸਾਰਿਆਂ ਲਈ ਕੰਮ ਕਰਦੇ ਹਨ। ਸਕਾਟ ਹਾਲ ਜਿਸ ਦਾ ਦੇਹਾਂਤ ਹੋ ਗਿਆ ਹੈ ਇੱਕ ਡੈਸ਼ ਸਨ, ਇਹ ਇੱਕ ਪਹਿਲਵਾਨ ਸਨ। ਕੁਮੁਦ ਬੇਨ ਜੋਸ਼ੀ ਜਿਸ ਦਾ ਦੇਹਾਂਤ ਹੋ ਗਿਆ ਉਹ ਕਿਸ ਰਾਜ ਦੇ ਸਾਬਕਾ ਰਾਜਪਾਲ ਸਨ?
ਆਂਧਰਾ ਪ੍ਰਦੇਸ਼ ਦੇ ਉਸ ਕਾਰਗੋ ਜਹਾਜ਼ ਦਾ ਨਾਮ ਦੱਸੋ ਜੋ ਬ੍ਰਹਮਪੁੱਤਰ ਨਦੀ ਤੇ ਹੁਣ ਤੱਕ ਦਾ ਸਭ ਤੋਂ ਲੰਬਾ ਜਹਾਜ਼ ਬਣ ਗਿਆ ਹੈ। MV ਰਾਮ ਪ੍ਰਸਾਦ ਬਿਸਮਿਲ। ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ ਆਪਣਾ, ਭਾਰਤ ਦਾ ਪਹਿਲਾ ਫਿਊਲ ਸੈੱਲ ਇਲੈਕਟ੍ਰਿਕ ਵਹੀਕਲ ਕਿਸ ਆਟੋ ਕੰਪਨੀ ਦੁਆਰਾ ਪਾਇਲਟ ਪ੍ਰੋਜੈਕਟ ਅਧੀਨ ਲਾਂਚ ਕੀਤਾ ਗਿਆ ਹੈ? ਟੋਇਟਾ। ਪੰਜਾਬ ਦੇ ਨਵੇਂ ਮੁੱਖ ਮੰਤਰੀ ਕੌਣ ਬਣੇ ਹਨ? ਸ੍ਰੀ ਭਗਵੰਤ ਮਾਨ ਜੀ, ਜੋ ਕਿ ਆਪ ਪਾਰਟੀ ਨਾਲ ਸੰਬੰਧਿਤ ਹਨ। ਭਾਰਤ FIDE ਸ਼ਤਰੰਜ ਓਲੰਪੀਆਡ 2022 ਲਈ ਮੇਜ਼ਬਾਨ ਦੇਸ਼ ਹੈ। ਟੂਰਨਾਮੈਂਟ ਦੇਸ਼ ਦੇ ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਜਾਵੇਗਾ? ਚੇਨਈ ਦੇ ਵਿੱਚ। ਭਾਰਤੀ ਫੌਜ ਨੇ ਆਪਣੇ ਕਿਹੜੇ ਅਦਾਰੇ ਵਿੱਚ ਜਨਰਲ ਬਿਪਿਨ ਰਾਵਤ ਮੈਮੋਰੀਅਲ ਚੇਅਰ ਆਫ ਐਕਸੀਲੈਂਸ ਦੀ ਸਥਾਪਨਾ ਦਾ ਐਲਾਨ ਕੀਤਾ ਹੈ? ਇਹ ਕੀਤਾ ਹੈ ਜੀ ਯੂਨਾਈਟਿਡ ਸਰਵਿਸ ਇੰਸਟੀਚਿਊਟ ਆਫ ਇੰਡੀਆ। ਨੈਕਸਟ ਕੁਐਸਚਨ ਹੈ ਜੀ ਆਪਣਾ, 2020-21 ਵਿੱਚ ਉਤਪਾਦਨ 157 ਮਿਲੀਅਨ ਟਨ ਨੂੰ ਪਾਰ ਕਰਨ ਤੋਂ ਬਾਅਦ ਭਾਰਤ ਵਿੱਚ ਕਿਹੜਾ ਕੋਲਾ ਖੇਤਰ ਵਰਤਮਾਨ ਵਿੱਚ ਭਾਰਤ ਦੀ ਸਭ ਤੋਂ ਵੱਡੀ ਕੋਲਾ ਉਤਪਾਦਨ ਕੰਪਨੀ ਹੈ? ਮਹਾਨਦੀ ਕੋਲ ਫੀਲਡਜ਼ ਲਿਮਟਿਡ। ਸੰਯੁਕਤ ਰਾਸ਼ਟਰ ਮਹਾਸਭਾ ਨੇ ਕਿਸ ਦਿਨ ਨੂੰ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਘੋਸ਼ਿਤ ਕੀਤਾ ਹੈ? 15 ਮਾਰਚ ਨੂੰ। ਕਿਸ ਸ਼ਹਿਰ ਨੇ 2050 ਵਿੱਚ ਤੱਕ ਕਾਰਬਨ ਨਿਕਾਸ ਨੂੰ ਜ਼ੀਰੋ ਕਰਨ ਲਈ ਆਪਣੇ ਵਿਸਤ੍ਰਿਤ ਢਾਂਚੇ ਦਾ ਐਲਾਨ ਕੀਤਾ ਹੈ ਅਤੇ ਅਜਿਹੇ ਟੀਚਾ ਨਿਰਧਾਰਤ ਕਰਨ ਵਾਲਾ ਦੱਖਣ ਏਸ਼ੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ? ਮੁੰਬਈ। ਮਾਰਕੀਟ ਪੂੰਜੀਕਰਨ ਤੇ ਬਲੂਮਬਰਗ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਮਾਰਕੀਟ ਪੂੰਜੀਕਰਨ ਦੇ ਮਾਮਲੇ ਵਿੱਚ ਭਾਰਤ ਦੇ ਸ਼ੇਅਰ ਬਾਜ਼ਾਰ ਦਾ ਦਰਜਾ ਕਿੰਨਵਾਂ ਹੈ? 5ਵਾਂ। ਮਾਰਕੀਟ ਪੂੰਜੀਕਰਨ ਤੇ ਬਲੂਮਬਰਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਕਿਹੜਾ ਮਾਰਕੀਟ ਪੂੰਜੀਕਰਨ ਦੇ ਮਾਮਲਿਆਂ ਵਿੱਚ ਰੈਂਕਿੰਗ ਤੇ ਸਿਖਰ ਤੇ ਹੈ? ਤਾਂ USA। ਭਾਰਤ ਦਾ ਸਥਾਨ 5ਵਾਂ ਹੈ। IFR ਏਸ਼ੀਆ ਅਵਾਰਡ 2021 ਵਿੱਚ ਕਿਸ ਬੈਂਕ ਨੂੰ ਏਸ਼ੀਅਨ ਬੈਂਕ ਆਫ ਦਾ ਈਅਰ 2021 ਅਤੇ ਇੰਡੀਅਨ ਬਾਂਡ ਹਾਊਸ ਲਈ ਚੁਣਿਆ ਗਿਆ? ਤਾਂ ਇਹ ਚੁਣਿਆ ਗਿਆ ਜੀ ਐਕਸਿਸ ਬੈਂਕ ਨੂੰ। ਭਾਰਤੀ ਪੁਲਾੜ ਖੋਜ ਸੰਸਥਾ ISRO ਨੇ ਆਪਣੇ ਨਵੇਂ ਸਮਾਲ ਸੈਟੇਲਾਈਟ ਲਾਂਚ ਵਹੀਕਲ ਦੇ ਠੋਸ ਇੰਧਨ ਆਧਾਰਿਤ ਬੂਸਟਰ ਪੜਾਅ ਦਾ ਜ਼ਮੀਨੀ ਟੈਸਟ ਸਫਲਤਾਪੂਰਵਕ ਕਰ ਲਿਆ ਹੈ। ISRO ਦਾ ਮੁੱਖ ਦਫ਼ਤਰ ਕਿੱਥੇ ਹੈ? ਬੈਂਗਲੁਰੂ, ਕਰਨਾਟਕਾ ਦੇ ਵਿੱਚ। ਕਿਹੜੀ ਕੰਪਨੀ ਨੇ 5ਵਾਂ ਭੁਗਤਾਨ ਤਕਨੀਕੀ ਸਟਾਰਟਅਪ ਆਈਜੀਲੀਐਂਟ ਟੈਕਨੋਲੋਜੀ ਹਾਸਲ ਕੀਤਾ ਹੈ? ਰੇਜ਼ਰਪੇ ਨੇ। ਇਸ ਤੋਂ ਬਾਅਦ ਨੈਕਸਟ ਹੈ ਜੀ ਆਪਣਾ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਡੈਸ਼ ਵਿੱਚ ਮਹਾਤਮਾ ਗਾਂਧੀ ਹਰੇ ਤਿਕੋਣ ਦਾ ਪਰਦਾਫਾਸ਼ ਕੀਤਾ ਗਿਆ ਹੈ? ਮੈਡਾਗਾਸਕਰ। ਸੂਚੀਬੱਧ ਕੰਪਨੀਆਂ ਦੇ ਬੋਰਡਾਂ ਵਿੱਚ ਔਰਤਾਂ ਦੇ ਮਾਮਲੇ ਵਿੱਚ ਦੱਖਣੀ ਏਸ਼ੀਆ ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? ਬੰਗਲਾਦੇਸ਼। ਮੂਡੀਜ਼ ਦੇ ਅਨੁਸਾਰ ਕੈਲੰਡਰ ਸਾਲ 2022 ਵਿੱਚ ਭਾਰਤ ਦੀ ਅਨੁਮਾਨਿਤ GDP ਵਿਕਾਸ ਦਰ ਕਿੰਨੀ ਹੈ? 9.1%। 2022 ਵਿੱਚ M3M ਹੂਰਨ ਗਲੋਬਲ ਰਿਚ ਲਿਸਟ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਅਰਬਪਤੀ ਦੇ ਰੂਪ ਵਿੱਚ ਕਿਸ ਨੂੰ ਦਰਜਾ ਦਿੱਤਾ ਗਿਆ ਹੈ? ਐਲੋਨ ਮਸਕ ਨੂੰ। ਮਿਸ ਵਰਲਡ 2021 ਸੁੰਦਰਤਾ ਮੁਕਾਬਲਾ ਦੇ ਜੇਤੂ ਕੌਣ ਰਹੇ ਹਨ? ਕੈਰੋਲੀਨਾ ਬਿਲਾਵਸਕਾ। ਤੇ ਜੇ ਮਿਸ ਯੂਨੀਵਰਸ ਦੀ ਗੱਲ ਕਰੀਏ ਤਾਂ ਉਹ ਰਹੇ ਹਨ ਹਰਨਾਜ਼ ਸੰਧੂ। ਗਲੋਬਲ ਰੀਸਾਈਕਲਿੰਗ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 18 ਮਾਰਚ ਨੂੰ। ਵਿਸ਼ਵ ਨੀਂਦ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? ਤਾਂ ਇਹ ਵੀ 18 ਮਾਰਚ ਨੂੰ ਮਨਾਇਆ ਜਾਂਦਾ ਹੈ, ਵਿਸ਼ਵ ਨੀਂਦ ਦਿਵਸ। ਜ਼ਮੀਨੀ ਰਿਕਾਰਡਾਂ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਿਸ ਰਾਜ ਨੇ ਦਿਸਾਂਕ ਐਪ ਵਿਕਸਿਤ ਕੀਤਾ ਹੈ? ਕਰਨਾਟਕਾ ਨੇ। ਗਲੋਬਲ ਪਾਵਰਸ ਆਫ ਰਿਟੇਲਰਿੰਗ 2022 ਚੁਣੌਤੀਆਂ ਦੇ ਬਾਵਜੂਦ ਲਚਕੀਲਾਪਨ ਸਿਰਲੇਖ ਵਾਲੀ ਡੈਲੋਇਟ ਦਾ ਰਿਪੋਰਟ ਦੇ ਅਨੁਸਾਰ ਰਿਲਾਇੰਸ ਰਿਟੇਲ ਲਿਮਟਿਡ ਚੋਟੀ ਦੇ 250 ਗਲੋਬਲ ਰਿਟੇਲਰਾਂ ਦੀ ਸੂਚੀ ਵਿੱਚ ਕਿੰਨਵੇਂ ਸਥਾਨ ਤੇ ਹੈ? 55ਵੇਂ ਸਥਾਨ ਤੇ। 2022 M3M ਹੂਰਨ ਗਲੋਬਲ ਰਿਚ ਲਿਸਟ ਸਿਰਲੇਖ ਵਿੱਚ ਹੂਰਨ ਇੰਡੀਆ ਦੀ ਰਿਪੋਰਟ ਵਿੱਚ ਸਭ ਤੋਂ ਅਮੀਰ ਭਾਰਤੀ ਅਤੇ ਏਸ਼ੀਆਈ ਵਜੋਂ ਉੱਭਰਨ ਵਾਲੇ ਮੁਕੇਸ਼ ਅੰਬਾਨੀ ਦਾ ਗਲੋਬਲ ਰੈਂਕ ਹੈ 9। ਸਟੇਟ ਬੈਂਕ ਆਫ ਇੰਡੀਆ ਡੈਸ਼ ਵਿਖੇ ਇੱਕ ਇਨੋਵੇਸ਼ਨ ਇਨਕਿਊਬੇਸ਼ਨ ਅਤੇ ਐਕਸੀਲਰੇਸ਼ਨ ਸੈਂਟਰ ਦੀ ਸਥਾਪਨਾ ਕਰੇਗੀ ਹੈਦਰਾਬਾਦ ਦੇ ਵਿੱਚ। ਮਹਿਲਾ ਮਨੀ ਟ੍ਰਾਂਸਕਾਰਪ ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ ਨੇ ਕਿਸ ਕੰਪਨੀ ਨਾਲ ਮਹਿਲਾ ਮਨੀ ਪ੍ਰੀਪੇਡ ਕਾਰਡ ਲਾਂਚ ਕੀਤਾ ਹੈ? ਵੀਜ਼ਾ।
ਭਾਰਤ ਵਿੱਚ ਹਰ ਸਾਲ ਡੈਸ਼ ਨੂੰ ਆਰਡੀਨੈਂਸ ਫੈਕਟਰੀਜ਼ ਦਿਵਸ ਮਨਾਇਆ ਜਾਂਦਾ ਹੈ 18 ਮਾਰਚ ਨੂੰ ਭਾਰਤ ਵਿੱਚ ਹਰ ਸਾਲ ਆਰਡੀਨੈਂਸ ਫੈਕਟਰੀ ਦਿਵਸ ਮਨਾਇਆ ਜਾਂਦਾ ਹੈ। ਯੂਜੀਨ ਨਿਊਮੈਨ ਪਾਰਕਰ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ। ਉਹ ਇੱਕ ਡੈਸ਼ ਸੀ ਖਗੋਲ ਭੌਤਿਕ ਵਿਗਿਆਨੀ ਸਨ। 2022 ਵਿੱਚ ਵਿਸ਼ਵ ਨੀਂਦ ਦਿਵਸ ਦਾ ਵਿਸ਼ਾ ਕੀ ਹੈ? ਕੁਆਲਿਟੀ ਸਲੀਪ ਸਾਊਂਡ ਮਾਈਂਡ ਹੈਪੀ ਵਰਲਡ। ਗਲੋਬਲ ਰੀਸਾਈਕਲਿੰਗ ਦਿਵਸ 2022 ਦਾ ਵਿਸ਼ਾ ਕੀ ਹੈ? ਰੀਸਾਈਕਲਿੰਗ ਭਾਈਚਾਰਾ। ਗਲੋਬਲ ਪਾਵਰਸ ਆਫ ਰਿਟੇਲਿੰਗ 2022 ਸਿਰਲੇਖ ਵਾਲੀ ਬੈਲੋ ਇਟ ਦੀ ਰਿਪੋਰਟ ਦੇ ਅਨੁਸਾਰ ਕਿਹੜੀ ਕੰਪਨੀ ਸੂਚੀ ਵਿੱਚ ਸਭ ਤੋਂ ਉੱਪਰ ਹੈ? ਵਾਲਮਾਰਟ ਇੰਕ। UPI ਲਾਈਟ ਭੁਗਤਾਨ ਲੈਣ ਦੇਣ ਦੀ ਉੱਪਰਲੀ ਸੀਮਾ ਕੀ ਹੈ? 200 ਰੁਪਏ। ਸੰਯੁਕਤ ਰਾਸ਼ਟਰ ਦੀ ਸਾਲ 2022 ਦੀ ਵਿਸ਼ਵ ਖੁਸ਼ੀ ਰਿਪੋਰਟ ਵਿੱਚ ਭਾਰਤ ਦਾ ਦਰਜਾ ਕੀ ਹੈ? 136। ਕਿਸ ਸੰਗਠਨ ਨੇ ਮਿਲਟਰੀ ਡਰਿਲ ਕੋਲਡ ਰਿਸਪੌਂਸ 2022 ਸ਼ੁਰੂ ਕੀਤੀ ਹੈ? ਨਾਟੋ ਨੇ। ਰਾਜੇਸ਼ ਗੋਪੀਨਾਥਨ ਕਿਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ? TCS। ਕੇਂਦਰੀ ਰਿਜ਼ਰਵ ਫੋਰਸ CRPF ਨੇ 19 ਮਾਰਚ 2022 ਨੂੰ ਆਪਣਾ ਸਥਾਪਨਾ ਦਿਵਸ ਦਾ ਕਿਹੜਾ ਸੰਸਕਰਨ ਮਨਾਇਆ ਹੈ? 83ਵਾਂ। ਵਿਸ਼ਵ ਚਿੜੀ ਦਿਵਸ ਕਦੋਂ ਮਨਾਇਆ ਜਾਂਦਾ ਹੈ? 20 ਮਾਰਚ ਨੂੰ। ਅੰਤਰਰਾਸ਼ਟਰੀ ਜੰਗਲਾਤ ਦਿਵਸ ਦਾ ਵਿਸ਼ਾ ਕੀ ਹੈ? ਜੰਗਲ ਅਤੇ ਟਿਕਾਊ ਉਤਪਾਦਨ ਅਤੇ ਖਪਤ। ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ 2022 ਵਿੱਚ ਕਿਸ ਸੰਸਕਰਨ ਦਾ ਆਯੋਜਨ ਕੀਤਾ ਗਿਆ? 35ਵਾਂ। ਕਿਸ ਖਿਡਾਰੀ ਨੇ ਫਾਰਮੂਲਾ 1 ਬਹਿਰੀਨ ਗ੍ਰਾਂ ਪ੍ਰੀ 2022 ਜਿੱਤਿਆ ਹੈ? ਚਾਰਲਸ ਲੈਕਰਕ ਨੇ। ਕਿਸ ਖਿਡਾਰੀ ਨੇ 19ਵੀਂ ਏਸ਼ੀਅਨ 100 UP ਬਿਲੀਅਰਡਜ਼ ਚੈਂਪੀਅਨਸ਼ਿਪ 2022 ਜਿੱਤੀ ਹੈ? ਪੰਕਜ ਅਡਵਾਨੀ। ਉਹ ਭਾਰਤੀ ਕ੍ਰਿਕਟ ਖਿਡਾਰੀ ਦਾ ਨਾਮ ਦੱਸੋ ਜਿਸ ਨੂੰ ਮਾਲਦੀਵ ਸਪੋਰਟਸ ਅਵਾਰਡ 2022 ਵਿੱਚ ਸਪੋਰਟਸ ਆਈਕਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ? ਸੁਰੇਸ਼ ਰੈਨਾ। 2022 ਸਪੋਰਟਸ ਸਟਾਰ ਏਸਸ ਅਵਾਰਡਜ਼ ਸਪੋਰਟਸ ਸਟਾਰ ਆਫ ਦਾ ਈਅਰ ਪੁਰਸਕਾਰ ਕਿਸ ਨੂੰ ਮਿਲਿਆ ਹੈ? ਨੀਰਜ ਚੋਪੜਾ ਨੂੰ। ਮੋਰ ਦੈਨ ਜਸਟ ਸਰਜਰੀ ਲਾਈਫ ਲੈਸਨ ਬੀਇੰਗ ਦਾ OT ਸਿਰਲੇਖ ਵਾਲੀ ਨਵੀਂ ਕਿਤਾਬ ਦਾ ਲੇਖਕ ਕੌਣ ਹੈ? ਟੇਹਮਟਨ ਇਰਾਚ ਉਡਵਾਡੀਆ। 2022 ਸਪੋਰਟਸ ਸਟਾਰ ਏਸਸ ਅਵਾਰਡਜ਼ ਵਿੱਚ ਸਪੋਰਟਸ ਸਟਾਰ ਆਫ ਦਾ ਈਅਰ ਫੀਮੇਲ ਅਵਾਰਡ ਕਿਸ ਨੂੰ ਮਿਲਿਆ ਹੈ? ਸੈਖੋਮ ਮੀਰਾਬਾਈ ਚਾਨੂ ਨੂੰ। ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪਕਾਰੀ ਮੇਲਾ 2022 ਲਈ ਥੀਮ ਸਟੇਟ ਡੈਸ਼ ਹੈ? ਭਾਈਵਾਲ ਰਾਸ਼ਟਰ ਡੈਸ਼ ਹੈ? ਥੀਮ ਤੇ ਭਾਈਵਾਲ ਰਾਜ ਹੈ ਜੀ ਜੰਮੂ ਕਸ਼ਮੀਰ ਅਤੇ ਉਜ਼ਬੇਕਿਸਤਾਨ। ਭਾਰਤੀ ਫੌਜ ਕਿਸ ਦੇਸ਼ ਵਿੱਚ ਸੰਯੁਕਤ ਫੌਜੀ ਅਭਿਆਸ LAMITIYE 2022 ਵਿੱਚ ਹਿੱਸਾ ਲੈ ਰਹੀ ਹੈ? ਸਸੇਲਸ। ਰਾਜ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਮਣੀਪੁਰ ਦੇ ਨਵੇਂ ਮੁੱਖ ਮੰਤਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? N ਬੀਰੇਨ ਸਿੰਘ ਨੂੰ। ਸੰਯੁਕਤ ਰਾਸ਼ਟਰ ਦੁਆਰਾ ਵਿਸ਼ਵ ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ? 22 ਮਾਰਚ ਨੂੰ। ਉਸ ਭਾਰਤੀ ਅਰਥ ਸ਼ਾਸਤਰੀ ਦਾ ਨਾਮ ਦੱਸੋ ਜਿਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਪ੍ਰਭਾਵੀ ਬਹੁਪੱਖੀਵਾਦ ਬਾਰੇ ਨਵੇਂ ਸਥਾਪਿਤ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ? ਜੈਂਤੀ ਘੋਸ਼। ਪੂਰੀ ਤਰ੍ਹਾਂ ਸਵੈਚਾਲਿਤ ਆਟੋ ਲੋਨ ਦੀ ਪੇਸ਼ਕਸ਼ ਕਰਨ ਲਈ ਕਿਸ ਬੈਂਕ ਦੁਆਰਾ ਆਟੋ ਫਸਟ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ? HDFC ਬੈਂਕ। ਸੇਰਦਰ ਵਰਦੀ ਮੁਹੰਮਦੇ ਕਿਸ ਦੇਸ਼ ਦਾ ਰਾਸ਼ਟਰਪਤੀ ਨਿਯੁਕਤ ਕੀਤੇ ਗਏ ਹਨ? ਤੁਰਕਮੇਨਿਸਤਾਨ। ਵਿਸ਼ਵ ਜਲ ਦਿਵਸ 2022 ਦਾ ਥੀਮ ਕੀ ਹੈ? ਤਾਂ ਵਿਸ਼ਵ ਜਲ ਦਿਵਸ 2022 ਦਾ ਥੀਮ ਹੈ ਭੂਮੀਗਤ ਪਾਣੀ ਅਧਿਕ ਨੂੰ ਦ੍ਰਿਸ਼ਮਾਨ ਬਣਾਉਣਾ। ਵਿਸ਼ਵ ਕਵਿਤਾ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 21 ਮਾਰਚ ਨੂੰ। ਸਾਲ ਦਾ ਕਿਹੜਾ ਦਿਨ ਵਿਸ਼ਵ ਡਾਊਨ ਸਿੰਡਰੋਮ ਦਿਵਸ ਵਜੋਂ ਮਨਾਇਆ ਜਾਂਦਾ ਹੈ? 21 ਮਾਰਚ। ਭਾਰਤ ਦੇ ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਨੇ ਹਾਲ ਹੀ ਵਿੱਚ ਭਾਰਤੀ ਤੱਟ ਰੱਖਿਆ ਜਹਾਜ਼ ਡੈਸ਼ ਨੂੰ ਕਮਿਸ਼ਨ ਕਰ ਦਿੱਤਾ ਹੈ? ਸਕਸ਼ਮ ਨੂੰ। ਕਿਤਾਬ ਰਾਈਟ ਅਸੋਰਡ ਐਨ ਆਟੋਬਾਇਓਗ੍ਰਾਫੀ ਦੇ ਲੇਖਕ ਦਾ ਨਾਮ ਦੱਸੋ? ਗੁੰਡੱਪਾ ਰੰਗਾਨਾਥ ਵਿਸ਼ਵਨਾਥ। ਰੰਗਾਂ ਦਾ ਤਿਉਹਾਰ ਡੋਲ ਉਤਸਵ ਜਾਂ ਡੋਲ ਯਾਤਰਾ ਕਿਸ ਰਾਜ ਵਿੱਚ ਮਨਾਇਆ ਜਾਂਦਾ ਹੈ? ਪੱਛਮੀ ਬੰਗਾਲ ਵਿੱਚ। ਕਿਹੜੀ ਟੀਮ ਨੇ ਆਪਣਾ ਪਹਿਲਾ ਇੰਡੀਅਨ ਸੁਪਰ ਲੀਗ 2022 ਖਿਤਾਬ ਜਿੱਤਿਆ? ਹੈਦਰਾਬਾਦ FC ਨੇ।
ਪ੍ਰਿੰਟ ਜਕਰ ਪੁਰਸਕਾਰ ਇੱਕ ਅੰਤਰਰਾਸ਼ਟਰੀ ਪੁਰਸਕਾਰ ਹੈ ਜੋ ਹਰ ਸਾਲ ਕਿਸ ਖੇਤਰ ਵਿੱਚ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ? ਆਰਕੀਟੈਕਚਰ। 2022 ਵਰਲਡ ਡਾਊਨ ਸਿੰਡਰੋਮ ਦਿਵਸ ਦਾ ਵਿਸ਼ਾ ਕੀ ਹੈ? ਸ਼ਾਮਲ ਕਰਨ ਦਾ ਮਤਲਬ ਹੈ। ਫਿੰਚ ਰੇਟਿੰਗਾਂ ਦੇ ਅਨੁਸਾਰ ਵਿੱਤੀ ਸਾਲ 2022-23 ਵਿੱਚ ਭਾਰਤ ਦੀ ਅਨੁਮਾਨਿਤ GDP 8.5%। IQAir ਦੀ 2021 ਵਰਲਡ ਏਅਰ ਕੁਆਲਿਟੀ ਰਿਪੋਰਟ ਵਿੱਚ ਕਿਸ ਸ਼ਹਿਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵਜੋਂ ਚੁਣਿਆ ਗਿਆ ਹੈ? ਨਵੀਂ ਦਿੱਲੀ ਨੂੰ। ਤੇ ਸਭ ਤੋਂ ਜੇ ਪ੍ਰਦੂਸ਼ਿਤ ਦੇਸ਼ ਪੁੱਛਿਆ ਜਾਵੇ ਤਾਂ ਬੰਗਲਾਦੇਸ਼। 2022 ਵਿੱਚ ਕਿੰਨੀਆਂ ਔਰਤਾਂ ਨੂੰ ਵੂਮੈਨ ਟਰਾਂਸਫਾਰਮਿੰਗ ਇੰਡੀਅਨ ਅਵਾਰਡ ਲਈ ਸਨਮਾਨਿਤ ਕੀਤਾ ਗਿਆ ਹੈ? 75 ਔਰਤਾਂ ਨੂੰ। ਭਾਰਤੀ ਫੌਜ ਅਤੇ ਉਜ਼ਬੇਕਿਸਤਾਨ ਵਿਚਕਾਰ ਸੰਯੁਕਤ ਫੌਜੀ ਸਿਖਲਾਈ ਅਭਿਆਸ ਦਾ ਨਾਮ ਕੀ ਹੈ ਜੋ ਮਾਰਚ 2022 ਵਿੱਚ ਜੰਗੀ ਆਰਕ ਵਿਖੇ ਸ਼ੁਰੂ ਹੋਇਆ? ਸਾਬਕਾ ਡਸਟਲਿੰਕ। ਨਾਈਟ ਫਰੈਂਕ ਦੇ ਅਨੁਸਾਰ ਗਲੋਬਲ ਹਾਊਸ ਪ੍ਰਾਈਜ਼ ਇੰਡੈਕਸ Q4 2021 ਵਿੱਚ ਭਾਰਤ ਦਾ ਦਰਜਾ ਕੀ ਹੈ? 51। ਸੰਸਾਰ ਭਰ ਵਿੱਚ ਸਾਲ ਦਾ ਕਿਹੜਾ ਦਿਨ ਵਿਸ਼ਵ ਮੌਸਮ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ? 23 ਮਾਰਚ। 23 ਮਾਰਚ ਨੂੰ ਕਿਹੜੇ ਭਾਰਤੀ ਆਜ਼ਾਦੀ ਘੁਲਾਟੀਏ ਦੀ ਬਰਸੀ ਮਨਾਉਣ ਲਈ ਸ਼ਹੀਦ ਦਿਵਸ ਵਜੋਂ ਮਨਾਇਆ ਜਾਇਆ ਕਰੇਗਾ? ਤਾਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਸਿੰਘ ਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਵਸ ਹੁੰਦਾ ਹੈ। ਇਸ ਨੂੰ ਸ਼ਹੀਦ ਦਿਵਸ ਵਜੋਂ ਮਨਾਇਆ ਜਾਵੇਗਾ ਤੇ ਇਸ ਤੋਂ ਇਲਾਵਾ 30 ਜਨਵਰੀ ਨੂੰ ਵੀ ਸ਼ਹੀਦ ਦਿਵਸ ਵਜੋਂ ਮਨਾਇਆ ਜਾਵੇਗਾ। ਮਰਹੂਮ ਸੋਮਲੇ ਬੋਬੀਓ ਮਾਈਕਾ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਸਨ? ਮਾਲੀ। ਵਿਸ਼ਵ ਮੌਸਮ ਵਿਗਿਆਨ ਦਿਵਸ 2022 ਦਾ ਵਿਸ਼ਾ ਅਰਲੀ ਚੇਤਾਵਨੀ, ਅਰਲੀ ਐਕਸ਼ਨ। ਪੂਰੀ ਤਰ੍ਹਾਂ ਪੇਪਰ ਰਹਿਤ ਬਣਨ ਲਈ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ ਪ੍ਰੋਗਰਾਮ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਕਿਹੜਾ ਬਣ ਗਿਆ ਹੈ? ਨਾਗਾਲੈਂਡ। ਕਿਸ ਰਾਜ ਦੇ ਹੱਥਾਂ ਨਾਲ ਬਣੇ ਨਰਸਿੰਘਪੇਟਾਈ ਨਾਗਸਵਰਮ ਨੂੰ 15ਵੀਂ ਜਮਾਤ ਦੇ ਸੰਗੀਤ ਯੰਤਰਾਂ ਦੀ ਸ਼੍ਰੇਣੀ ਦੇ ਤਹਿਤ ਭੂਗੋਲਿਕ ਪਛਾਣ ਦਾ ਟੈਗ ਮਿਲਿਆ ਹੈ? ਤਾਮਿਲਨਾਡੂ। ਹਾਲ ਹੀ ਵਿੱਚ ਕਿਸ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸ਼ਹਾਬੂਦੀਨ ਅਹਿਮਦ ਦਾ ਦੇਹਾਂਤ ਹੋ ਗਿਆ ਹੈ? ਬੰਗਲਾਦੇਸ਼। ਧਰਤੀ ਦਾ ਸਭ ਤੋਂ ਗਰਮ ਸਥਾਨ ਬਣ ਗਿਆ ਹੈ ਜਿਸ ਦਾ ਤਾਪਮਾਨ ਪਿਛਲੀਆਂ ਗਰਮੀਆਂ ਵਿੱਚ 53.2 ਡਿਗਰੀ ਤੱਕ ਪਹੁੰਚ ਗਿਆ ਸੀ? ਕੁਵੈਤ। ਨਾਈਟ ਫਰੈਂਕ ਦੇ ਅਨੁਸਾਰ ਗਲੋਬਲ ਹਾਊਸ ਪ੍ਰਾਈਜ਼ ਇੰਡੈਕਸ Q4 2021 ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? ਤੁਰਕੀ। IQAir ਦੀ 2021 ਵਰਲਡ ਏਅਰ ਕੁਆਲਿਟੀ ਰਿਪੋਰਟ ਵਿੱਚ ਕਿਸ ਦੇਸ਼ ਨੂੰ ਸਭ ਤੋਂ ਪ੍ਰਦੂਸ਼ਿਤ ਦੇਸ਼ ਮੰਨਿਆ ਗਿਆ ਹੈ? ਬੰਗਲਾਦੇਸ਼ ਨੂੰ। ਹਾਲ ਹੀ ਵਿੱਚ ਟੈਨਿਸ ਖਿਡਾਰਨ ਐਸ਼ਲੇ ਬਾਰਟੀ 25 ਸਾਲ ਦੀ ਉਮਰ ਵਿੱਚ ਟੈਨਿਸ ਤੋਂ ਸੰਨਿਆਸ ਦੀ ਘੋਸ਼ਣਾ ਕੀਤੀ ਹੈ। ਇਹ ਕਿਸ ਦੇਸ਼ ਦੇ ਲਈ ਟੈਨਿਸ ਖੇਡਦੇ ਸਨ? ਆਸਟ੍ਰੇਲੀਆ ਲਈ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੇ ਅਨੁਸਾਰ 2022-23 ਲਈ ਭਾਰਤ ਦੀ GDP ਦਾ ਵਿਕਾਸ ਦਾ ਅਨੁਮਾਨ ਲਗਾਇਆ ਗਿਆ ਹੈ 8.1%। ਤੇ ਐਨਫੀਲਡ ਵੈਰਲ ਇੰਡੀਆਜ਼ ਆਇਲ ਸਟੋਰੀ ਦੇ ਲੇਖਕ ਕੌਣ ਹਨ? ਰੀਚਾ ਮਿਸ਼ਰਾ। ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਕੌਣ ਬਣੇ ਹਨ? ਪੁਸ਼ਕਰ ਸਿੰਘ ਧੰਮੀ। ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਪੀੜਤਾਂ ਦੇ ਸਨਮਾਨ ਲਈ ਸੱਚ ਦੇ ਅਧਿਕਾਰ ਲਈ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਇਆ ਜਾਂਦਾ ਹੈ? 24 ਮਾਰਚ ਨੂੰ। ਵਿਸ਼ਵ ਤਪੈਦਿਕ ਦਿਵਸ TB ਦਿਵਸ ਕਦੋਂ ਮਨਾਇਆ ਜਾਂਦਾ ਹੈ? 24 ਮਾਰਚ ਨੂੰ। ਵਿਸ਼ਵ ਤਪੈਦਿਕ ਦਿਵਸ 2022 ਦਾ ਵਿਸ਼ਾ ਕੀ ਸੀ? TB ਨੂੰ ਖਤਮ ਕਰਨ ਲਈ ਨਿਵੇਸ਼ ਕਰੋ, ਜਾਨ ਬਚਾਓ। ਭਾਰਤ ਦਾ ਕਿਹੜਾ ਰਾਜ ਬਿਹਤਰ ਮਿੱਟੀ ਦੀ ਸਿਹਤ ਲਈ ਕਾਰਬਨ ਨਿਰਪੱਖ ਖੇਤੀ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣਨ ਲਈ ਤਿਆਰ ਹੈ? ਤਾਂ ਕੇਰਲਾ। ਭਾਰਤੀ ਰਿਜ਼ਰਵ ਬੈਂਕ RBI ਡੈਸ਼ ਉੱਤਰ ਪ੍ਰਦੇਸ਼ ਵਿੱਚ ਸਥਿਤ ਪੀਪਲਜ਼ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ? ਤਾਂ ਕਾਨਪੁਰ ਇਸ ਦਾ ਰਾਈਟ ਆਨਸਰ ਹੈ ਜੀ। ਪਦਮ ਭੂਸ਼ਣ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਪੈਰਾ ਐਥਲੀਟ ਕੌਣ ਬਣਿਆ ਹੈ? ਦੇਵੇਂਦਰ ਝਾਂਝਰੀਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ FICCI ਦੇ ਸਾਂਝੇ ਤੌਰ ਤੇ ਡੈਸ਼ ਵਿੱਚ ਵਿੰਗਜ਼ ਇੰਡੀਆ 2022 ਸਿਰਲੇਖ ਵਾਲੇ ਸ਼ਹਿਰੀ ਹਵਾਬਾਜ਼ੀ ਤੇ ਏਸ਼ੀਆ ਦਾ ਸਭ ਤੋਂ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ ਹੈ ਹੈਦਰਾਬਾਦ ਦੇ ਵਿੱਚ। ਕਿਸ ਨੇ ਆਪਣੇ ਗ੍ਰੀਨ ਡਿਪੋਜ਼ਿਟ ਪ੍ਰੋਗਰਾਮ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ਹੈ ਜੋ ਸੰਸਥਾਵਾਂ ਨੂੰ ਟਿਕਾਊ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੇ ਯੋਗ ਬਣਾਉਂਦਾ ਹੈ? DBS ਬੈਂਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਵਿਪਲਬ ਭਾਰਤੀ ਗੈਲਰੀ ਦਾ ਉਦਘਾਟਨ ਕੀਤਾ ਹੈ। ਇਹ ਕਿੱਥੇ ਹੈ? ਕੋਲਕਾਤਾ ਦੇ ਵਿੱਚ।
नेक्स्ट क्वेश्चन है जी अपना, लेफ्टिनेंट गवर्नर मनोज सिन्हा ने SKICC डैश विखे खाड़ी देशों के निवेश सम्मेलन ਨੂੰ संबोधित किया है श्रीनगर। विंग्स इंडिया 2022 का विषय की है, भारत एट 75 हवाबाजी उद्योग लई न्यू होराइजन। साल 2022 लई एवल इनाम जेतू का नाम दसो। डेनिस पार्नेल सुलीवान। केड़ा देश बरसामा सील्ड 2022 सिखलाई अभियान की मेज़बानी करेगा? मलेशिया। किस संस्था ने राइनो बांड दियां लुप्त हो रही नस्लों को बचाने लई दक्षिणी अफ्रीका के यत्नां का समर्थन करने लई वाइल्ड लाइफ कंजरवेशन बांड जारी किया है? विश्व बैंक ने। तो नैक्सट है जी अपना, मारियो मार्सेल जिसनों सेंट्रल बैंकिंग अवार्ड विच साल 2022 के गवर्नर ऑफ द अवार्ड नाल सन्मानित किया गया है। किस देश के केंद्रीय बैंक के गवर्नर सन? चिली के। सरकार द्वारा वित्तीय बुनियादी ढांचा ते विकास लई नैशनल बैंक लई 2022-23 विच बुनियादी ढांचे के खेत्र लई कर्जे मंजूर करन लई किन्नी रकम का टीचा रखा गया है? 1 ट्रिलियन रुपए। रमेश चंद्र लाहौटी जिसका हाल ही विच देहांत हो गया, भारत का साबके कौन सी है? भारत के साबका चीफ जस्टिस सन। प्रलय मंडल नूं किस बैंक का अंतरिम MD ਅਤੇ CEO नियुक्त किया गया है? CSB बैंक का। मारुति सुजुकी के MD ਅਤੇ CEO कौन बने हैं? हिमांशी टैकुची नूं मारुति सुजुकी के नवे MD ਅਤੇ CEO वजों नियुक्त किया गया है। संयुक्त राष्ट्र ने किस दिन नूं नज़रबंद ते लापता स्टाफ मैंबरां नाल एकजुटता दे अंतरराष्ट्रीय दिवस वजों मनाया जाना है? 25 मार्च नूं। कंप्यूटर विग्यानी ਅਤੇ GIF के निर्माता का नाम दसो जिसका हाल ही विच देहांत होया है? स्टीवन वेलहाइट। किस दिन नूं गुलामी ਅਤੇ ट्रांसलैटलैटिक सैल्वे ट्रेड के पीड़ितों की याद का अंतरराष्ट्रीय दिवस वजों चिन्हित किया जाता है? 25 मार्च नूं। 2022 गुलामी के पीड़ितों ਅਤੇ ट्रांसएटलांटिक स्लेब व्यापार की याद के अंतरराष्ट्रीय दिवस का विषय की है? हिम्मत दीयां कहानियां, नस्लवाद विरुद्ध गुलामी ਅਤੇ एकता का विरोध। भारतीय सेना का अग्निबाज डिवीजन ने किस राज यूटी की पुलिस नाल एक संयुक्त अभियान सुरक्षा कवच 2 का आयोजन किया है? महाराष्ट्र पुलिस ने। बच्चों की किताब द लिटिल बुक ऑफ जॉय किसने लिखी है? डेसमंड टूटू और दलाई लामा ने। स्कॉटलैंड विच रॉयल सोसाइटी ऑफ एडिनबर्ग के फलो वजों चुनिया गया है किरण मजूमदार शाह नूं। योगी आदित्यनाथ ने उत्तर प्रदेश के मुख्यमंत्री वजों सहुं चुकी है। उत्तर प्रदेश के राज्यपाल का नाम दसो? आनंदीबेन पटेल। किस राज्य ने निर्यात तैयारी सूचकांक 2021 विच सब तो उपर है? गुजरात। UNCTAD अनुसार CY 2022 विच भारत की GDP का अनुमान 4.6%। रिजर्व बैंक इनोवेशन हब कित्थे स्थित है? तो रिजर्व बैंक इनोवेशन हब है जी बेंगलुरु दे विच। हाल ही विच डेटा ਅਤੇ विश्लेषण फार्म डन एंड ब्रैड स्ट्रीट के अंतरराष्ट्रीय रणनीतिक सलाहकार बोर्ड विच कौन शामिल होया है? रजनीश कुमार। रक्षा मंत्रालय विच सलाहकार वजों किसनूं नियुक्त किया गया है? लैफ्टिनेंट जनरल विनोद जी खंडारे नूं। ओला ने हाल ही विच न्यू बैंक अवेल फाइनैंस नूं हासिल करने लई एक समझौते ते हस्ताक्षर किए हैं। ओला का CEO कौन है? पविश अग्रवाल। एयरपोर्ट अथॉरिटी ऑफ इंडिया ने हवाई आवाजाई प्रबंधन लई प्रणालियां दे सांझे स्वदेशी विकास लई किस संस्था नाल समझौता किया है? भारतीय इलैक्ट्रॉनिक लिमिटेड। उस तो बाद आई नैक्सट, उत्तरी अटलांटिक संधि संगठन नाटो ने अपने सकत्तर जनरल जेन्स स्टोलनबर्ग के कार्यकाल विच 1 साल लई वाधा करने नूं मंजूरी दे दी है। नाटो का मुख्य दफ्तर कित्थे है? ये है जी बरसल्ज बैल्जियम दे विच। केड़ा केंद्री शासित प्रदेश ने निर्यात तैयारी सूचकांक 2021 विच सब तो उपर है? तो इसका राइट आंसर है जी दिल्ली।
UNEP ਦੁਆਰਾ ਪ੍ਰਕਾਸ਼ਿਤ ਹਾਲ ਹੀ ਦੀ ਸਾਲਾਨਾ ਫਰੰਟੀਅਰ ਰਿਪੋਰਟ 2022 ਦੇ ਅਨੁਸਾਰ ਕਿਹੜਾ ਸ਼ਹਿਰ ਵਿਸ਼ਵ ਪੱਧਰ ਤੇ ਸਭ ਤੋਂ ਵੱਧ ਸ਼ੋਰ ਪ੍ਰਦੂਸ਼ਿਤ ਵਾਲਾ ਸ਼ਹਿਰ ਹੈ? ਢਾਕਾ। ਵਿਸ਼ਵ ਰੰਗਮੰਚ ਦਿਵਸ ਇਹਨਾਂ ਵਿੱਚੋਂ ਕਿਸ ਦਿਨ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ? 27 ਮਾਰਚ। 2022 ਵਿੱਚ ਸਟਾਕਹੋਮ ਵਾਟਰ ਇਨਾਮ ਦੇ ਜੇਤੂ ਦਾ ਨਾਮ ਦੱਸੋ? ਤਾਂ ਇਹ ਸੀ ਵਿਲਫਰਾਈਡ ਬੁਰਟਸਟਾਟ। PV ਸੰਧੂ ਨੇ 2022 ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਣ ਲਈ ਕਿਸ ਖਿਡਾਰੀ ਨੂੰ ਹਰਾ ਦਿੱਤਾ? ਬੁਸਾਨਨ ਉਗਬਾਮ ਰੁੰਗਫਾਨ ਨੂੰ। ਵਿੰਗਜ਼ ਇੰਡੀਆ 2022 ਵਿੱਚ ਜਨਰਲ ਸ਼੍ਰੇਣੀ ਦੇ ਤਹਿਤ ਕਿਹੜੇ ਹਵਾਈ ਅੱਡੇ ਨੂੰ ਸਰਵੋਤਮ ਹਵਾਈ ਅੱਡੇ ਵਜੋਂ ਚੁਣਿਆ ਗਿਆ ਹੈ? ਕੈਂਪਗੌੜਾ ਅੰਤਰਰਾਸ਼ਟਰੀ ਹਵਾਈ ਅੱਡਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ INS ਬਲਸੂਰਾ ਨੂੰ ਰਾਸ਼ਟਰਪਤੀ ਦਾ ਰੰਗ ਭੇਟ ਕੀਤਾ ਹੈ। ਇਹ INS ਬਲਸੂਰਾ ਕਿਸ ਸ਼ਹਿਰ ਵਿੱਚ ਹੈ? ਜਾਮਨਗਰ ਦੇ ਵਿੱਚ। ਕਿਹੜੀ ਟੀਮ ਨੇ ਸੈਫ ਅੰਡਰ 18 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਤੀਜਾ ਐਡੀਸ਼ਨ ਜਿੱਤਿਆ ਹੈ? ਭਾਰਤ ਨੇ। ਉੱਤਰ ਪੂਰਬੀ ਭਾਰਤ ਦੇ ਸੱਭਿਆਚਾਰ, ਸ਼ਿਲਪਕਾਰੀ ਅਤੇ ਪਕਵਾਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਈਸ਼ਾਨ ਮੰਥਨ ਤਿਉਹਾਰ ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਹੈ? ਨਵੀਂ ਦਿੱਲੀ ਵਿੱਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਬੰਧਿਤ ਪ੍ਰੇਰਨਾਦਾਇਕ ਕਹਾਣੀਆਂ ਨੂੰ ਇਕੱਠਾ ਕਰਨ ਲਈ ਸਵੈ ਸੇਵਕ ਦੁਆਰਾ ਸੰਚਾਲਿਤ ਪਹਿਲ ਕਦਮੀ ਵਜੋਂ ਸ਼ੁਰੂ ਕੀਤੇ ਗਏ ਵੈਬ ਪੋਰਟਲ ਦਾ ਨਾਮ ਕੀ ਹੈ? ਮੋਦੀ ਕਹਾਣੀ। ਭਾਰਤ ਦੇ ਕਿਹੜੇ ਹਵਾਈ ਅੱਡੇ ਨੂੰ ਵਿੰਗਜ਼ ਇੰਡੀਆ 2022 ਕੋਵਿਡ ਚੈਂਪੀਅਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ? ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ। ਧਰਤੀ ਘੰਟਾ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ? ਮਾਰਚ ਦੇ ਆਖਰੀ ਸ਼ਨੀਵਾਰ ਨੂੰ। ਆਪਸ਼ੋਰ ਸੁਰੱਖਿਆ ਅਭਿਆਸ ਪ੍ਰਸਥਾਨ ਭਾਰਤੀ ਜਲ ਸੈਨਾ ਦੀ ਕਿਸ ਯੂਨਿਟ ਦੁਆਰਾ ਆਯੋਜਿਤ ਕੀਤਾ ਗਿਆ? ਪੱਛਮੀ ਜਲ ਸੈਨਾ ਕਮਾਂਡ। ਭਾਰਤ ਸਰਕਾਰ ਦੁਆਰਾ 2022 ਤੋਂ ਸਾਲਾਨਾ ਰਾਸ਼ਟਰੀ ਡਾਲਫਿਨ ਦਿਵਸ ਵਜੋਂ ਮਾਰਕ ਕੀਤੇ ਜਾਣ ਲਈ ਕਿਹੜੇ ਦਿਨ ਨੂੰ ਮਨੋਨੀਤ ਕੀਤਾ ਗਿਆ ਹੈ? 5 ਅਕਤੂਬਰ ਨੂੰ। 2022 ਵਿੱਚ ਧਰਤੀ ਘੰਟਾ ਦਿਵਸ ਦਾ ਥੀਮ ਕੀ ਸੀ? ਸਾਡਾ ਭਵਿੱਖ ਬਣਾਓ। ਦਿੱਲੀ ਦੇ ਲਾਲ ਕਿਲ੍ਹੇ ਤੇ 10 ਰੋਜ਼ਾ ਲਾਲ ਕਿਲ੍ਹਾ ਉਤਸਵ ਭਾਰਤੀ ਭਾਗਿਆ ਵਿਧਾਤਾ ਦਾ ਉਦਘਾਟਨ ਕਿਸ ਨੇ ਕੀਤਾ? ਸ਼੍ਰੀਮਤੀ ਇਰਾਨੀ ਨੇ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਹਾਲ ਹੀ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਵਰਨੀਕਾ ਨੂੰ ਕਿਸ ਸਥਾਨ ਤੇ ਸਮਰਪਿਤ ਕੀਤਾ ਹੈ? ਮੈਸੂਰ ਦੇ ਵਿੱਚ। ਕਿਸ ਖਿਡਾਰੀ ਨੇ ਫਾਰਮੂਲਾ 1 ਸਾਊਦੀ ਅਰਬ ਗ੍ਰਾਂ ਪ੍ਰੀ ਜਿੱਤਿਆ ਹੈ? ਮੈਕਸ ਵਰਸਟੇਪਨ ਨੇ। ਪ੍ਰਮੋਦ ਸਾਵੰਤ ਨੇ 2022 ਦੀਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ 20 ਸੀਟਾਂ ਜਿੱਤਣ ਤੋਂ ਬਾਅਦ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। 2022 ਗੋਆ ਵਿਧਾਨ ਸਭਾ ਚੋਣਾਂ ਕਿੰਨੀਆਂ ਸੀਟਾਂ ਲਈ ਹੋਈਆਂ? 40 ਸੀਟਾਂ ਲਈ। BRBNMPL ਦੇ ਲਰਨਿੰਗ ਐਂਡ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਨੀਂਹ ਪੱਥਰ ਕਿਸ ਸਥਾਨ ਤੇ ਰੱਖਿਆ ਗਿਆ? ਮੈਸੂਰ ਦੇ ਵਿੱਚ। ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲ ਦਾ ਭਾਰਤੀ ਫੌਜ ਸੰਸਕਰਣ DRDO ਦੁਆਰਾ ਕਿਸ ਦੇਸ਼ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤਾ ਗਿਆ ਹੈ? ਇਜ਼ਰਾਈਲ। ਕਿਹੜੀ ਫਿਲਮ ਨੇ 94 ਅਕੈਡਮੀ ਅਵਾਰਡ ਵਿੱਚ ਸਰਵੋਤਮ ਫਿਲਮ ਦਾ ਅਵਾਰਡ ਜਿੱਤਿਆ ਹੈ? ਕੋਡਾ। ਭਾਰਤ ਦੇ ਕਿਸ ਸ਼ਹਿਰ ਵਿੱਚ ਰਹਿੰਦ ਖੂੰਹਦ ਦੇ ਸਟੀਲ ਤੋਂ ਬਣੀ ਪਹਿਲੀ ਸੜਕ ਪ੍ਰੋਜੈਕਟ ਸਾਹਮਣੇ ਆਇਆ ਹੈ? ਸੂਰਤ ਦੇ ਵਿੱਚ। ਟਾਈਮ 100 ਇੰਪੈਕਟ ਅਵਾਰਡਜ਼ 2022 ਕਿਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ? ਦੀਪਿਕਾ ਪਾਦੂਕੋਣ। ਰਾਬਰਟ ਅਵੇਲਾ ਨੂੰ ਹਾਲ ਹੀ ਵਿੱਚ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਹੈ? ਮਾਲਟਾ। ਬਾਲਕਾਟਨ 2022 ਅਮਰੀਕੀ ਫੌਜ ਦੀ ਕਿਸ ਦੇਸ਼ ਨਾਲ ਮਿਲਟਰੀ ਡਰਿਲ ਹੈ? ਫਿਲੀਪੀਨਜ਼। ਕਿਸ ਦੇਸ਼ ਦੇ ਗਿਲਬਰਟ ਹੋਗਵੇ ਨੂੰ ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ ਦਾ ਅਗਲਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਟੋਗੋ। ਬ੍ਰੌਡਕਾਸਟ ਐਡੀਐਂਸ ਰਿਸਰਚ ਕਾਉਂਸਲ। ਬ੍ਰੌਡਕਾਸਟ ਐਡੀਐਂਸ ਰਿਸਰਚ ਕਾਉਂਸਲ ਇੰਡੀਆ ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ CC ਸੇਨਾ ਨੂੰ। ਕਿਸ ਅਭਿਨੇਤਾ ਨੇ 94 ਆਸਕਰ ਅਵਾਰਡ 2022 ਵਿੱਚ ਇੱਕ ਪ੍ਰਮੁੱਖ ਭੂਮਿਕਾ ਲਈ ਸਰਵੋਤਮ ਅਵਾਰਡ ਜਿੱਤਿਆ ਹੈ? ਤਾਂ ਸਰਵੋਤਮ ਅਭਿਨੇਤਾ ਦਾ ਅਵਾਰਡ ਮਿਲਿਆ ਹੈ ਵਿਲ ਸਮਿਥ ਨੂੰ। 94 ਆਸਕਰ ਅਵਾਰਡ ਦੇ ਵਿੱਚ ਸਰਵੋਤਮ ਅਭਿਨੇਤਰੀ ਦਾ ਅਵਾਰਡ ਮਿਲਿਆ ਜੇਸਿਕਾ ਚੈਸਟੇਨ ਨੂੰ। ਮਲਟੀਪਲੈਕਸ ਕੰਪਨੀ
IONX ਲੀਜ਼ਨਰ ਲਿਮਟਿਡ ਅਤੇ PVR ਲਿਮਟਿਡ ਨੇ ਆਪਣੀਆਂ 2 ਕੰਪਨੀਆਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਰਲੇਵੇਂ ਵਾਲੀ ਇਕਾਈ PVR IONX ਲਿਮਟਿਡ ਦੇ MD ਵਜੋਂ ਨਿਯੁਕਤ ਕੀਤਾ ਗਿਆ ਅਜੇ ਬਿਜਲੀ ਨੂੰ। ICR ਦੀ ਤਾਜ਼ਾ ਰਿਪੋਰਟ ਅਨੁਸਾਰ 2022-23 ਵਿੱਤੀ ਸਾਲ ਵਿੱਚ ਭਾਰਤ ਦੀ ਅਨੁਮਾਨਿਤ GDP ਦਾ ਵਿਕਾਸ 7.2%। ਭਾਰਤ ਸਰਕਾਰ ਸਾਰੇ ਸਾਬਕਾ ਮੰਤਰੀਆਂ ਦੇ ਜੀਵਨ ਸਮੇਂ ਅਤੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਅਜਾਇਬ ਘਰ ਸਥਾਪਿਤ ਕਰ ਰਿਹਾ ਹੈ। ਭਾਰਤ ਵਿੱਚ ਅੱਜ ਤੱਕ ਕਿੰਨੇ ਪ੍ਰਧਾਨ ਮੰਤਰੀ ਹੋਏ ਹਨ? 14। ਉਦੇ ਕੋਟਕ ਨੇ ਹਾਲ ਹੀ ਵਿੱਚ ਕਿਸ ਕੰਪਨੀ ਦੇ ਬੋਰਡ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ? ਬੁਨਿਆਦੀ ਢਾਂਚਾ, ਲੀਜ਼ਿੰਗ ਅਤੇ ਵਿੱਤੀ ਸੇਵਾਵਾਂ। ਸਵੈ ਨਿਰਮਿਤ ਅਰਬਪਤੀ 2022 ਦੀ ਸੂਚੀ ਦੇ ਤਹਿਤ ਸੰਯੁਕਤ ਰਾਜ ਅਮਰੀਕਾ 40 ਸਾਲ ਅਤੇ ਇਸ ਤੋਂ ਘੱਟ ਉਮਰ ਦੇ 37 ਸਵੈ ਨਿਰਮਿਤ ਅਰਬਪਤੀਆਂ ਦੇ ਨਾਲ ਦੁਨੀਆ ਵਿੱਚ ਸਭ ਤੋਂ ਅੱਗੇ ਹੈ। ਇਸ ਸੂਚੀ ਵਿੱਚ ਭਾਰਤ ਦਾ ਸਥਾਨ ਨੰਬਰ 4 ਹੈ। ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ ਵਿੱਚ ਕਿਸ ਸ਼ਹਿਰ ਵਿੱਚ ਇੱਕ ਭਾਰਤੀ ਗਹਿਣਾ ਪ੍ਰਦਰਸ਼ਨੀ ਕੇਂਦਰ ਇਮਾਰਤ ਦਾ ਉਦਘਾਟਨ ਕੀਤਾ ਹੈ? ਦੁਬਈ। 2022 ਤੋਂ 2026 ਤੱਕ 4 ਸਾਲਾਂ ਲਈ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਹਿੰਮਤ ਬਿਸਵਾ ਨੂੰ ਬਣਾਇਆ ਗਿਆ ਹੈ। ਤੀਜੇ ਨੈਸ਼ਨਲ ਵਾਟਰ ਅਵਾਰਡ ਵਿੱਚ ਕਿਹੜਾ ਰਾਜ ਸਰਵੋਤਮ ਰਾਜ ਦੀ ਸ਼੍ਰੇਣੀ ਵਿੱਚ ਸਭ ਤੋਂ ਉੱਪਰ ਹੈ? ਉੱਤਰ ਪ੍ਰਦੇਸ਼। ਭਾਰਤੀ ਰਿਜ਼ਰਵ ਬੈਂਕ ਨੇ ਭੁਗਤਾਨ ਸਿਸਟਮ ਟੱਚ ਪੁਆਇੰਟ ਸਵੀਕ੍ਰਿਤੀ ਬੁਨਿਆਦੀ ਢਾਂਚੇ ਦੀ ਜੀਓ ਟੈਗਿੰਗ ਲਈ ਇੱਕ ਢਾਂਚਾ ਜਾਰੀ ਕੀਤਾ ਹੈ। ਕਿਹੜੀ RBI ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਨਹੀਂ ਹੈ? ਨੈਸ਼ਨਲ ਹਾਊਸਿੰਗ ਬੈਂਕ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੁਆਰਾ ਜਾਰੀ ਕੀਤੀ ਗਈ ਸੁਪ੍ਰੀਤੀ ਪ੍ਰਦਥਾ ਸੀ ਸੋयम ਨਾਮ का किताब ਦਾ ਲੇਖਕ ਕੌਣ ਹੈ? ਕੇ ਸ਼ਿਆਮ ਪ੍ਰਸਾਦ। ਸੁਪ੍ਰੀਤੀ ਪ੍ਰਦਥਾ ਸ੍ਰੀ ਸੌਮਿਆ ਦੇ ਲੇਖਕ ਹਨ। ਡਾਕਟਰ ਰੇਨੂ ਸਿੰਘ ਨੂੰ ਜੰਗਲਾਤ ਖੋਜ ਸੰਸਥਾ ਦਾ ਅਗਲਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਜੰਗਲਾਤ ਖੋਜ ਸੰਸਥਾ ਦਾ ਕਿੱਥੇ ਹੈ? ਦੇਹਰਾਦੂਨ ਦੇ ਵਿੱਚ। ਕਿਸ ਟਰਾਂਸਪੋਰਟ ਬੇਹਮਤ ਨੇ ਭਾਰਤੀ ਮੂਲ ਦੇ ਰਾਜ ਸੁਬਰਮਨੀਅਮ ਨੂੰ ਆਪਣਾ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ? FedEx ਨੇ। ਕਿਸ ਰਾਸ਼ਟਰੀ ਬਲ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਨਾਲ ਇੱਕ ਨਵੀਂ ਪਹਿਲਕਦਮੀ ਦਾ ਉਦਘਾਟਨ ਕੀਤਾ ਹੈ ਜਿਸ ਦੇ ਤਹਿਤ ਇਸ ਦੇ ਕਾਫਲੇ ਰਾਜ ਦੁਆਰਾ ਸੰਚਾਲਿਤ ਊਰਜਾ ਪ੍ਰਮੁੱਖ ਦੇ ਇੰਧਨ ਸਟੇਸ਼ਨਾਂ 'ਤੇ ਇੰਧਨ ਭਰਨਗੇ? ਭਾਰਤੀ ਹਵਾਈ ਸੈਨਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਸਾਲ 2022 ਲਈ ਕਿੰਨੇ ਰਾਸ਼ਟਰੀ ਜਲ ਪੁਰਸਕਾਰ ਪੇਸ਼ ਕੀਤੇ ਗਏ? 57। 2022 ਦੀ ਹੁਰਨ ਰਿਪੋਰਟ ਅਨੁਸਾਰ 40 ਸਾਲਾਂ ਅਤੇ ਇਸ ਤੋਂ ਘੱਟ ਉਮਰ ਦੇ ਦੁਨੀਆ ਦੇ ਸਭ ਤੋਂ ਅਮੀਰ ਸਵੈ ਬਣੇ ਅਰਬਪਤੀ ਕਿਸ ਨੂੰ ਦਰਸਾਇਆ ਗਿਆ ਹੈ? ਮਾਰਕ ਜ਼ੁਕਰਬਰਗ ਨੂੰ। ਕਿਸ ਦੇਸ਼ ਨੇ 37 ਸਾਲਾਂ ਵਿੱਚ ਪਹਿਲੀ ਵਾਰ ਕਤਰ 2022 ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ? ਕੈਨੇਡਾ ਨੇ। ਰੇਟਿੰਗ ਏਜੰਸੀ ਇੰਟਰਾ ਨੇ ਵਿੱਤੀ ਸਾਲ 23 ਵਿੱਚ ਭਾਰਤ ਦੇ GDP ਦੀ ਆਰਥਿਕ ਵਿਕਾਸ ਪੂਰਵਾਨੁਮਾਨ ਦਰ ਨੂੰ ਘਟਾ ਕੇ ਕਿੰਨੇ ਪ੍ਰਤੀਸ਼ਤ ਕਰ ਦਿੱਤਾ ਹੈ? 7.2%। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5ਵੇਂ ਬਿਸਮੇਟਿਕ ਸੰਮੇਲਨ ਵਿੱਚ ਭਾਗ ਲਿਆ। ਇਸ ਸਿਖਰ ਸੰਮੇਲਨ ਵਿੱਚ ਬਿਸਮੇਟਿਕ ਦੀ ਪ੍ਰਧਾਨਗੀ ਸ੍ਰੀਲੰਕਾ ਨੇ ਕੀਤੀ। ਕਿਸ ਦਿਨ ਨੂੰ ਪੂਰੀ ਦੁਨੀਆ ਵਿੱਚ ਇੰਟਰਨੈਸ਼ਨਲ ਟਰਾਂਸਜੈਂਡਰ ਡੇ ਆਫ ਵਿਜ਼ੀਬਿਲਿਟੀ ਮਨਾਇਆ ਜਾਂਦਾ ਹੈ? 31 ਮਾਰਚ ਨੂੰ। ਇੰਡੀਅਨ ਓਸ਼ੀਅਨ ਨੇਵਲ ਸਿੰਪੋਜ਼ੀਅਮ ਮੈਰੀਟਾਈਮ ਐਕਸਰਸਾਈਜ਼ 2022 ਦਾ ਪਹਿਲਾ ਐਡੀਸ਼ਨ ਕਿਸ ਰਾਜ ਵਿੱਚ ਆਯੋਜਿਤ ਕੀਤਾ ਗਿਆ? ਗੋਆ ਦੇ ਵਿੱਚ। ਮੈਗੂਏਲ ਵੈਨ ਡੇਮੋ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ ਬੈਲਜੀਅਮ ਦੇ ਇੱਕ ਖਿਡਾਰੀ ਸਨ। ਉਹ ਕਿਸ ਖੇਡ ਨਾਲ ਸੰਬੰਧਿਤ ਸਨ? ਤਾਂ ਇਹ ਖੇਡ ਫੁੱਟਬਾਲ ਨਾਲ ਸੰਬੰਧਿਤ ਸਨ। ਮੈਗੂਏਲ ਵੈਨ ਡੇਮੋ ਫੁੱਟਬਾਲ ਨਾਲ ਸੰਬੰਧਿਤ ਸਨ। ਯੂਕਰੇਨ ਵਿੱਚ ਵੱਧ ਰਹੇ ਸੰਕਟ ਦੇ ਵਿਚਕਾਰ ਭਾਰਤ ਨੇ 2022 ਵਿੱਚ ਇਹਨਾਂ ਵਿੱਚੋਂ ਕਿਸ ਬਹੁਪੱਖੀ ਅਭਿਆਸ ਤੋਂ ਬਾਹਰ ਹੋਇਆ ਹੈ? ਕੋਬਰਾ ਵਾਰੀਅਰਸ 'ਚ ਭਾਰਤ ਨੇ ਹਿੱਸਾ ਨਹੀਂ ਲਿਆ। ਅੰਤਰਰਾਸ਼ਟਰੀ ਡਰੱਗ ਚੈਕਿੰਗ ਦਿਵਸ ਕਦੋਂ ਮਨਾਇਆ ਜਾਂਦਾ ਹੈ? 31 ਮਾਰਚ ਨੂੰ। ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨਾਂ ਦੀ ਅਸਥਾਈ ਸੂਚੀ ਵਿੱਚ ਕਿਸ ਰਾਜ ਦੇ ਜਿੰਗਕਿੰਗ ਜਰੀ ਜਾਂ ਲਿਵਿੰਗ ਰੂਟ ਬ੍ਰਿਜ ਨੂੰ ਸ਼ਾਮਲ ਕੀਤਾ ਗਿਆ ਹੈ? ਮੇਘਾਲਿਆ। ਡਿਜੀਟਲ ਐਕਸਲਰੇਸ਼ਨ 2.0 ਸਿਰਲੇਖ ਵਾਲੀ 7ਵੀਂ ਡਫ ਐਂਡ ਫਿਲਿਪਸ ਦੀ 2021 ਸੈਲੀਬ੍ਰਿਟੀ ਬ੍ਰਾਂਡ ਵੈਲਿਊਏਸ਼ਨ ਰਿਪੋਰਟ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਸ ਦੀ ਸਭ
ਤੋਂ ਵੱਧ ਕੀਮਤੀ ਸੈਲੀਬ੍ਰਿਟੀ ਦਾ ਦਰਜਾ ਮਿਲਿਆ ਹੈ ਤਾਂ ਵਿਰਾਟ ਕੋਹਲੀ ਸਭ ਤੋਂ ਵੱਧ ਕੀਮਤੀ ਸੈਲੀਬ੍ਰਿਟੀ ਹਨ। ਇਹਨਾਂ ਵਿੱਚੋਂ ਕਿਸ ਨੇ BBC ਇੰਡੀਆ ਸਪੋਰਟਸ ਵੂਮੈਨ ਆਫ ਦਾ ਈਅਰ ਅਵਾਰਡ 2021 ਜਿੱਤਿਆ ਹੈ? ਮੀਰਾਬਾਈ ਚਾਨੂ। ਭੀਮ ਬਹਾਦਰ ਗੁਰੁੰਗ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ। ਇਹ ਕਿਸ ਦੇਸ਼ ਦੇ ਤੀਜੇ ਮੁੱਖ ਮੰਤਰੀ ਸਨ? ਸਿੱਕਮ। ਬਹੁ ਖੇਤਰੀ ਤਕਨੀਕ ਅਤੇ ਆਰਥਿਕ ਸਹਿਯੋਗ ਸੰਮੇਲਨ ਵਿੱਚ ਬੰਗਾਲ ਦੀ ਖਾੜੀ ਦੀ 5ਵੀਂ ਪਹਿਲਕਦਮੀ ਦਾ ਵਿਸ਼ਾ ਕੀ ਹੈ? ਇੱਕ ਲਚਕੀਲੇ ਖੇਤਰ, ਖੁਸ਼ਹਾਲ ਆਰਥਿਕਤਾ ਅਤੇ ਸਿਹਤਮੰਦ ਲੋਕ ਵੱਲ। 5ਵੇਂ ਵਿਸਮੇਟਿਕ ਸੰਮੇਲਨ ਦੀ ਸਮਾਪਤੀ ਤੇ ਡੈਸ਼ ਨੇ ਵਿਸਮੇਟਿਕ ਦੇ ਪ੍ਰਧਾਨ ਰਾਸ਼ਟਰ ਵਜੋਂ ਅਹੁਦਾ ਸੰਭਾਲਿਆ? ਥਾਈਲੈਂਡ ਨੇ। ਤੇ ਨੈਕਸਟ ਹੈ ਜੀ ਆਪਣਾ, ਭਾਰਤ ਸਰਕਾਰ ਨੇ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ ਰਾਈਜ਼ਿੰਗ ਐਂਡ ਐਕਸੀਲੇਟਿੰਗ MSME ਪਰਫਾਰਮੈਂਸ ਦੀ ਘੋਸ਼ਣਾ ਕੀਤੀ ਹੈ। ਸਕੀਮ ਦਾ ਕੁੱਲ ਖਰਚਾ USD 808 ਮਿਲੀਅਨ। ਇਹਨਾਂ ਵਿੱਚੋਂ ਕਿਸ ਨੇ BBC ਐਮਰਜਿੰਗ ਪਲੇਅਰ ਅਵਾਰਡ 2021 ਜਿੱਤਿਆ ਹੈ? ਸ਼ੈਫਾਲੀ ਵਰਮਾ ਨੇ। ਤਾਂ ਡੈਟਸ ਆਲ ਗਾਈਜ਼। ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।